ਲੋਕਾਂ ਨੇ ਸਾਨੂੰ ਬਹੁਤ ਕਿਹਾ ਸੀਗਾ ਵੀ ਤੁਸੀਂ ਪੜ੍ਹ ਲਿਖ ਯਾਰ MSc ਐਗਰੀਕਲਚਰ ਕਰਕੇ ਤੁਸੀਂ ਆਹ ਕੰਮ ਕਰੋਗੇ, ਤੁਹਾਨੂੰ ਹੋਰ ਕਿੱਤਾ ਨਹੀਂ ਥਿਆ, ਕੋਈ ਜੋਬ ਕਰ ਲਓ, ਕੋਈ ਫਲਾਨਾ ਕਰ ਲਓ ਨਾ। ਤੇ ਬਾਅਦ ਦੇ ਵਿੱਚ ਉਹੀ ਲੋਕ ਹੀ ਆ ਫਿਰ ਕਹਿੰਦੇ ਆ ਇਹਨਾਂ ਜਵਾਕਾਂ ਦਾ ਪਤਾ ਹੀ ਕੋਈ ਕੁਛ ਕਰ ਜਾਣਗੇ। ਘੱਟੋ ਘੱਟ 2.5 ਸਾਲ ਸਾਡਾ ਟਾਰਗੇਟ ਸੀਗਾ ਮੇਰੇ ਤੇ ਰਾਜਪ੍ਰੀਤ ਦਾ ਕਿ ਜਿੰਨਾ ਚਿਰ ਸਾਡੇ ਕੋਲੇ 100 ਬੱਕਰੀ ਨਹੀਂ ਹੁੰਦੀ ਅਸੀਂ ਉਹਨਾਂ ਚਿਰ ਕੋਈ ਲੇਬਰ ਵਾਲਾ ਬੰਦਾ ਨਹੀਂ ਲਾਉਣਾ। ਕੋਈ ਵੀ ਤੜਕੇ 5 ਵਜੇ ਉੱਠ ਕੇ ਫਾਰਮ ਦੀ ਸਫਾਈ ਕਰਨੀ ਸਾਰੇ ਦੀ, ਬੱਕਰੇ ਨੂੰ ਬੱਚਿਆਂ ਨੂੰ ਦੁੱਧ ਪਿਆਉਣਾ, ਸਾਰਿਆਂ ਨੂੰ ਮਿਲਕਿੰਗ ਕਰਾਉਣੀ ਇਹਨਾਂ ਦੀ। ਜੇਕਰ ਅਸੀਂ ਕਿਤੇ ਜੋਬ ਕਰਦੇ ਤਾਂ ਸ਼ਾਇਦ ਅਸੀਂ ਉੱਥੇ ਹੀ ਰਹਿ ਜਾਂਦੇ ਨਾ, ਕੁਝ ਵੀ ਨਹੀਂ ਕਰ ਸਕਦੇ ਸੀਗੇ। ਇੱਕੋ ਸੈਲਰੀ ਪੈਕ ਸਾਡਾ ਵੱਧ ਜਾਂਦਾ, ਤਨਖਾਹ ਸਾਡੀ ਵੀ ਹਾਂ ਤੁਸੀਂ 10,000 15 ਮਹੀਨੇ ਤੁਸੀਂ ਲੈਣਾ ਜੀ ਹੈ ਨਾ। ਹੁਣ ਇੱਥੇ ਸਾਡੀ ਕੋਈ ਲਿਮਟ ਨਹੀਂ ਹੈਗੀ ਜੀ। ਫਾਰਮ ਟਿਕਿਆ ਹੁੰਦਾ ਬਰੀਡਰ ਤੇ ਤੁਸੀਂ ਚਾਹੇ 50,000 ਰੁਪਇਆ ਲਾ ਦਿਓ, ਕੋਈ ਚੱਕਰ ਨਹੀਂ, ਪਰ ਬੱਕਰੀ ਤੁਸੀਂ ਥੋੜੀ 20-25 ਹਜ਼ਾਰ ਦੀ ਲੈ ਲਓਗੇ, ਬੱਚੇ ਉਹ ਵੀ ਬਹੁਤ ਵਧੀਆ ਦੁੱਧ ਵੀ ਵਧੀਆ ਦੇਊਗੀ, ਬੱਚੇ ਵੀ ਬਹੁਤ ਵਧੀਆ ਦੇਊਗੇ ਤੁਹਾਨੂੰ। ਮੋਸਟਲੀ ਜ਼ਿਆਦਾਤਰ ਫਾਰਮ ਬੰਦ ਹੋਣ ਦਾ ਵੀ ਕਾਰਨ ਇਹੀ ਹੈਗਾ ਕਿ ਲੋਕ ਸਿੱਖ ਕੇ ਨਹੀਂ ਕਰਦੇ। ਆਪਾਂ ਪੈਸੇ ਵੱਧ ਲਾ ਦਿੰਦੇ ਹਾਂ, ਬਾਅਦ 'ਚ ਆਪਣੇ ਤੋਂ ਪੈਸੇ ਰਿਕਵਰ ਨਹੀਂ ਹੁੰਦੇ ਹੈਗੇ ਉਹ, ਫਿਰ ਆਪਾਂ ਪਛਤਾਉਂਦੇ ਹਾਂ ਵੀ ਯਾਰ ਪੈਸੇ ਵੱਧ ਲੱਗ ਗਏ, ਆਪਾਂ ਨੂੰ ਠੱਗ ਲਿਆ, ਲੁੱਟ ਲਿਆ ਯਾਰ, ਹੈ ਨਾ। ਅਸੀਂ ਦਿੱਲੀ ਏਅਰਪੋਰਟ ਤੋਂ ਇੰਡੀਆ ਦੇ ਵਿੱਚ ਅਸੀਂ ਪਹਿਲੀ ਵਾਰ ਐਸੇ ਫਾਰਮਰ ਸੀਗੇ ਅਸੀਂ ਜਿਹਨੇ ਕਿ ਬੀਟਲ ਬੱਕਰੀ ਆਪਾਂ ਵੀਅਤਨਾਮ ਦੇ ਵਿੱਚ ਆਪਾਂ 100 ਬੱਕਰੀ ਐਕਸਪੋਰਟ ਕੀਤੀ ਹੋਈ ਹੈ। ਸਭ ਤੋਂ ਜ਼ਿਆਦਾ ਬੱਕਰੀ ET ਬਿਮਾਰੀ ਨਾਲ ਲੜਦੀ, ਸਭ ਤੋਂ ਭਿਆਨਕ ਰੋਗ ਆ ਬੱਕਰੀ 'ਚ। ਇਹਦੇ ਨਾਲ ਇਹ ਬਿਮਾਰੀ ਨਾਲ ਬੱਕਰੀ ਤੁਹਾਡੀ 4-5 ਮਿੰਟਾਂ ਦੇ ਵਿੱਚ ਹੀ ਖਤਮ ਹੋ ਜਾਂਦੀ ਹੈ। ਇਹਦਾ ਕੋਈ ਇਲਾਜ ਨਹੀਂ ਹੈਗਾ, ਇਹਦੀ ਵੈਕਸੀਨ ਹੀ ਇਹਦਾ ਇੱਕ ਇਲਾਜ ਹੈ। ਸਤਿ ਸ੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ ਤੇ ਅੱਗੇ ਤੇ ਪਿੱਛੇ ਬੱਕਰੀਆਂ ਹੀ ਦਿਖ ਰਹੀਆਂ ਹੋਣੀਆਂ ਨੇ। ਤੇ ਜੀ ਹਾਂ, ਅੱਜ ਅਸੀਂ SR ਕਮਰਸ਼ੀਅਲ ਗੋਟ ਫਾਰਮ ਤੇ ਆ। ਖਾਸੀਅਤ ਇਹ ਆ ਕਿ ਇਹਨਾਂ ਮੁੰਡਿਆਂ ਦੇ ਚਰਚੇ ਜਿਹੜੇ ਆ ਵਿਦੇਸ਼ਾਂ ਤੱਕ ਨੇ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਆ ਕਿ ਦੋਵਾਂ ਭਰਾਵਾਂ ਨੇ ਗੋਟ ਫਾਰਮ ਜਿਹੜਾ ਹੈਗਾ ਉਹ ਸ਼ੁਰੂ ਕੀਤਾ। 20 ਬੱਕਰੀਆਂ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਚਰਚੇ ਜਿਹੜੇ ਆ ਉਹ ਕਰਵਾ ਰਹੇ ਆ। ਵੱਡੀ ਗੱਲ ਇਹ ਵੀ ਆ ਕਿ ਭਾਈ ਕੋਈ 10ਵੀਂ ਜਾਂ 12ਵੀਂ ਵਾਲੇ ਮੁੰਡੇ ਨਹੀਂ, ਗ੍ਰੈਜੂਏਸ਼ਨ ਕੀਤੀ ਹੋਈ ਹੈ, ਪੜ੍ਹੇ ਲਿਖੇ ਆ। ਪੜ੍ਹਨ ਲਿਖਣ ਤੋਂ ਬਾਅਦ ਫਿਰ ਇਸ ਪਾਸੇ ਵੱਲ ਕਿਉਂ ਆ ਗਏ, ਬੱਕਰੀਆਂ ਕਿਉਂ ਰੱਖੀਆਂ, ਉਹਦੇ ਬਾਰੇ ਗੱਲਬਾਤ ਕਰਾਂਗੇ। ਬਾਈ ਹੋਰੇ ਮੇਰੇ ਨਾਲ ਨੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਤੁਹਾਡਾ। ਬਹੁਤ ਵਧੀਆ ਜੀ, ਠੀਕ ਠਾਕ। ਸਤਿ ਸ਼੍ਰੀ ਅਕਾਲ ਜੀ। ਅੱਛਾ, ਪਹਿਲਾਂ ਵੀ ਹਾਲਾਂਕਿ ਚਲੋ ਮੈਂ ਪੁੱਛ ਲਿਆ, ਹੁਣ ਸਾਡੇ ਸਰੋਤਿਆਂ ਨੂੰ ਵੀ ਦੱਸ ਦਿਓ ਕਿ ਆਪਣੇ ਵਾਲੇ ਜੱਟਾਂ ਪਰਿਵਾਰਾਂ ਦੇ ਵਿੱਚ ਨਾ ਵੀ ਮਤਲਬ ਪਸ਼ੂਆਂ ਤੱਕ ਸੀਮਤ ਹੁੰਦਾ, ਪਰ ਜਦੋਂ ਆਹ ਬੱਕਰੀਆਂ ਵਾਲਾ ਕਹਿੰਦੇ ਆ ਘਰੇ, ਕਹਿੰਦੇ ਲੈ ਹੁਣ ਤੂੰ ਬੱਕਰੀਆਂ ਰੱਖੇਂਗਾ, ਐਂ ਕਿਹਾ ਸੀ? ਬਿਲਕੁਲ ਜੀ, ਪੂਰਾ ਕਿਹਾ ਸੀ ਜੱਜ ਕੇ। ਲੋਕਾਂ ਨੇ ਬਹੁਤ ਕਿਹਾ, ਘਰਦਿਆਂ ਦਾ ਚਲੋ ਐਂ ਸੀਗਾ ਵੀ ਉਦੋਂ ਬਾਅਦ ਸਪੋਰਟ 'ਚ ਆ ਗਏ ਸੀ ਬਹੁਤ ਜ਼ਿਆਦਾ। ਫੈਮਿਲੀ ਸਪੋਰਟ ਸਾਨੂੰ ਬਹੁਤ ਜ਼ਿਆਦਾ ਰਹੀ ਹੈ, ਨਜਾਇਜ਼ ਦੋਨੇ ਪਰਿਵਾਰਾਂ ਦੇ ਵਿੱਚ ਸਾਨੂੰ ਵਧੀਆ ਫੈਮਿਲੀ ਸਪੋਰਟ ਮਿਲੀ ਹੈ। ਔਰ ਪਰ ਲੋਕਾਂ ਨੇ ਸਾਨੂੰ ਬਹੁਤ ਕਿਹਾ ਸੀਗਾ ਵੀ ਤੁਸੀਂ ਪੜ੍ਹ ਲਿਖ ਯਾਰ MSc ਐਗਰੀਕਲਚਰ ਕਰਕੇ ਤੁਸੀਂ ਆਹ ਕੰਮ ਕਰੋਗੇ, ਤੁਹਾਨੂੰ ਹੋਰ ਕਿੱਤਾ ਨਹੀਂ ਥਿਆ, ਕੋਈ ਜੋਬ ਕਰ ਲਓ, ਕੋਈ ਫਲਾਨਾ ਕਰ ਲਓ ਨਾ, ਜਿਵੇਂ ਲੋਕ ਕਹਿੰਦੇ ਹੁੰਦੇ ਆ, ਆਦਤ ਹੁੰਦੀ ਹੈ। ਪਰ ਉਹ ਜਦੋਂ ਬਈ ਆਪਾਂ ਕਰਦੇ ਨੇ ਅਸੀਂ, ਕਿਉਂਕਿ ਕਾਫੀ ਮੋਟੀਵੇਸ਼ਨ ਵੀ ਪੜ੍ਹੀਆਂ ਬੁੱਕਸ ਵਗੈਰਾ ਚਲੋ ਪੜ੍ਹਦੇ ਰਹਿੰਦੇ ਸੀ ਨਾ, ਵੀ ਕਹਿੰਦੇ ਕਿਤੇ ਨੂੰ ਆਪ ਨੂੰ ਕੰਮ ਨੂੰ ਅਪਣਾਈ ਰੱਖੋ, ਕੰਮ ਕਰੀ ਜਾਓ, ਲਾਈਨ ਦੇ ਵਿੱਚ ਲੱਗੇ ਰਹੋ। ਤੇ ਬਾਅਦ ਦੇ ਵਿੱਚ ਉਹੀ ਲੋਕ ਹੀ ਆ ਫਿਰ ਕਹਿੰਦੇ ਆ ਇਹਨਾਂ ਜਵਾਕਾਂ ਦਾ ਪਤਾ ਹੀ ਕੋਈ ਕੁਛ ਕਰ ਜਾਣਗੇ। ਅੱਛਾ, ਉਹ ਬਿਆਨ ਬਦਲ ਜਾਂਦੇ ਬਾਅਦ ਦੇ ਵਿੱਚ, ਨਾ ਉਹੀ ਬਾਅਦ 'ਚ ਜੀ ਕਹਿੰਦੇ ਵੀ ਇਹਨਾਂ ਦਾ ਸਾਨੂੰ ਪਤਾ ਹੀ ਸੀ ਕੁਛ ਨਾ ਕੁਛ ਕਰ ਹੀ ਜਾਣਗੇ। ਮਿਹਨਤ ਬਹੁਤ ਕੀਤੀ ਮੁੰਡਿਆਂ ਨੇ, ਪਹਿਲਾਂ ਬੱਕਰੀਆਂ ਪਾਲਦੇ। ਅੱਛਾ, ਇੱਕ ਚੀਜ਼ ਹੋਰ ਆ ਬਾਈ, ਜਿਵੇਂ ਸੰਦੀਪ ਦੇਖ ਰਹੇ ਆ ਨਾ ਅਸੀਂ, ਹਾਲਾਂਕਿ ਬੱਕਰੀ ਫਾਰਮ ਕਈ ਦੇਖਿਆ, ਪਰ ਆਹ ਕਨਸੈਪਟ ਯਾਰ ਜਮੀ ਅਲੱਗ, ਜਮਾ ਵੱਖਰਾ ਹੀ ਆ। ਇਹ ਕਿਵੇਂ? ਦੇਖੋ ਇਹ 'ਚ ਨਾ ਸਾਨੂੰ ਐਂ ਸੀਗਾ ਵੀ ਅਗਰ ਆਪਾਂ ਵਧੀਆ ਤਰੀਕੇ ਨਾਲ ਬਿਜ਼ਨਸ ਇਹਨੂੰ ਸਕੇਲ 'ਤੇ ਲੈ ਕੇ ਚੱਲਦੇ ਹਾਂ ਤਾਂ ਇਹ ਗੋਡ ਫਾਰਮ ਦਾ ਜਿਹੜਾ ਨਕਸ਼ਾ ਇਹਦਾ ਡਾਇਗਰਾਮ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਕਿਉਂਕਿ ਇਹ ਸਾਨੂੰ ਕਿੱਥੋਂ ਮਿਲਿਆ? ਇਹ ਅਸੀਂ ਸਭ ਤੋਂ ਪਹਿਲਾਂ ਵੀ ਅਸੀਂ ਗੋਡ ਫਾਰਮ ਕੋਈ ਐਂ ਨਹੀਂ ਸ਼ੁਰੂ ਕੀਤਾ ਸੀਗਾ ਵੀ ਚਲੋ ਹਾਂ YouTube 'ਤੇ ਆਪਾਂ ਵੀਡੀਓ ਦੇਖੀਆਂ 4 ਅਤੇ ਆਪਾਂ ਲਿਆ ਕੇ 4 ਬੱਕਰੀਆਂ ਫਾਰਮ 'ਚ ਲਿਆਂਦੀਆਂ, ਇੱਦਾਂ ਨਹੀਂ ਸੀਗਾ ਸਾਡਾ ਕੰਸੈਪਟ ਸੀਗਾ। ਅਸੀਂ ਪਹਿਲਾਂ ਇਹਦੀ ਟ੍ਰੇਨਿੰਗ ਕੀਤੀ ਪ੍ਰੋਪਰ 7 ਦਿਨਾਂ ਦੀ CIRG ਮਥੁਰਾ ਤੋਂ, UP, ਜਿੱਥੇ ਰਿਸਰਚ ਸੈਂਟਰ ਹੈ ਬੱਕਰੀ ਪਾਲਣ ਦਾ, ਮੇਨ ਸੈਂਟਰ ਗੌਰਮੈਂਟ ਦਾ ICIR ਦਾ ਰਿਸਰਚ ਸੈਂਟਰ ਆ ਉਹ, CIRG ਮਥੁਰਾ ਦੇ ਵਿੱਚ ਆ ਉਹ। ਤਾਂ ਕੋਈ ਵੈਬਸਾਈਟ 'ਤੇ ਕੱਢ ਕੇ ਦੇ ਸਕਦਾ CIRG ਮਥੁਰਾ। ਤਾਂ ਉੱਥੋਂ ਅਸੀਂ ਟ੍ਰੇਨਿੰਗ ਵਾਸਤੇ ਅਪਲਾਈ ਕੀਤਾ ਉਹਨਾਂ ਕੋਲ। ਤੋਂ ਬਾਅਦ ਸਾਨੂੰ 1 ਮਹੀਨੇ ਬਾਅਦ ਉਹਨਾਂ ਤੋਂ ਟ੍ਰੇਨਿੰਗ ਦੀ ਡੇਟ ਮਿਲੀ, ਕਿਉਂਕਿ ਉਹਨਾਂ ਕੋਲ ਜਿਹੜੇ ਆਲ ਓਵਰ ਇੰਡੀਆ ਤੋਂ ਫਾਰਮਰ ਟ੍ਰੇਨਿੰਗ ਕਰਨ ਲਈ ਆਉਂਦੇ ਆ ਗੋਡ ਫਾਰਮਿੰਗ ਦੇ, ਅਤੇ ਉੱਥੇ ਉਹਨਾਂ ਕੋਲ ਲਗਭਗ 5,000 ਬੱਕਰੀ ਦਾ ਪਾਲਣ ਕਰਦੇ ਉਹ ਸੈਂਟਰ ਦੇ ਵਿੱਚ। ਉੱਥੇ ਉਹ 800 ਕਿੱਲੇ 'ਚ ਉਹਨਾਂ ਦਾ ਸਾਰਾ ਪੂਰਾ ਫਾਰਮ ਜਿਹੜਾ ਬਣਿਆ ਹੋਇਆ ਉੱਥੇ ਸੈਂਟਰ ਦਾ। ਤਾਂ ਉੱਥੋਂ ਅਸੀਂ 7-8 ਦਿਨ ਅਸੀਂ ਉੱਥੇ ਰਹੇ, ਵਧੀਆ ਸਪੈਂਡ ਕੀਤਾ। ਅਤੇ ਉੱਥੇ ਫਿਰ ਸਾਨੂੰ ਉਹ ਸੋਚ ਜਾਗੀ ਵੀ ਇਹ ਬੱਕਰੀ ਪਾਲਣ ਦਾ ਕੰਮ ਵੀ ਇਹ ਨੋਰਮਲ ਕੰਮ ਨਹੀਂ ਹੈਗਾ। ਅਗਰ ਇਹਨੂੰ ਬਿਜ਼ਨਸ ਸਕੇਲ 'ਤੇ ਲੈ ਕੇ ਕਰਿਆ ਜਾਵੇ ਤਾਂ ਇਹ 'ਚ ਬਹੁਤ ਵੱਡਾ ਪ੍ਰੋਫਿਟ ਆਪਾਂ ਲੈ ਸਕਦੇ ਹਾਂ।
ਤੇ ਉੱਥੋਂ ਇਹੀ ਚੀਜ਼ ਸਾਨੂੰ ਸਿੱਖਣ ਨੂੰ ਮਿਲੀ ਸੀਗੀ, ਕਿਉਂਕਿ ਇਹ ਨਹੀਂ ਹੈਗਾ ਵੀ ਆਪਾਂ ਕੁਝ ਫਾਰਮਰ ਕੀ ਕਰਦੇ, ਜਿਵੇਂ ਸਾਡੇ ਕੋਲੇ ਅੱਜ ਦੇ ਟਾਈਮ 'ਚ ਸਾਨੂੰ 6 ਸਾਲ 5.5 ਸਾਲ ਹੋ ਗਏ ਨਾ, ਤਾਂ ਸਾਨੂੰ ਜਿਵੇਂ ਕਾਲ ਆਉਂਦੀਆਂ ਫਾਰਮਰ ਦੀਆਂ ਕਿ ਅਸੀਂ ਗੋਡ ਫਾਰਮ ਕਰ ਲਿਆ ਜੀ, ਸ਼ੁਰੂ ਕਰ ਲਿਆ, ਸਾਨੂੰ ਬੰਦ ਕਰਨਾ ਪੈ ਗਿਆ, ਸਾਨੂੰ ਦਿੱਕਤ ਆ ਗਈਆਂ ਜੀ, ਹੈ ਨਾ। ਲੇਕਿਨ ਉੱਥੇ ਕੀ ਹੁੰਦਾ, ਕਮੀ ਇਹੀ ਹੁੰਦੀ ਹੈ ਕਿ ਆਪਾਂ ਸਿੱਖ ਕੇ ਨਹੀਂ ਕਰਦੇ, ਆਪਾਂ ਸਿਰਫ ਕਹਿੰਦੇ ਹਾਂ ਕਿ ਬੱਕਰੀ ਆਪਾਂ ਫਿਰ ਘਰੇ ਲਿਆਂਦੀ ਫਾਰਮ 'ਚ ਅਤੇ ਬਸ ਸਾਨੂੰ ਪਾਉਣ ਸਾਰੀ ਉਹ ਇਨਕਮ ਦੇਣ ਲੱਗ ਜੂਗੀ। ਐਕਚੁਅਲ 'ਚ ਇੱਦਾਂ ਕਦੇ ਨਹੀਂ ਹੁੰਦਾ ਹੈਗਾ ਇੱਦਾਂ, ਉਹਦੇ 'ਚ ਬਹੁਤ ਕੁਛ ਆਪਾਂ ਨੂੰ ਕਰਨਾ ਪੈਂਦਾ, ਬਹੁਤ ਹਾਈ ਲੈਵਲ ਦੀ ਟ੍ਰੇਨਿੰਗ ਉਹਨਾਂ ਦੀ ਰਹੀ ਸੀ ਉੱਥੇ, ਮੈਡੀਸਨ ਨੂੰ ਲੈ ਕੇ। ਹਾਂਜੀ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਡਾਕਟਰ ਬਣਾ ਕੇ ਤੋਰਿਆ ਸੀ ਅੱਧੇ ਉੱਥੋਂ। ਅਸੀਂ ਕਦੇ ਵੀ ਫਾਰਮ ਦੇ ਵਿੱਚ ਆਪਣਾ ਵੈਟਰਨਰੀ ਡਾਕਟਰ ਕਦੇ ਨਹੀਂ ਸੱਦਿਆ ਅਜੇ ਤੱਕ। ਅਸੀਂ ਸਾਰਾ ਟ੍ਰੀਟਮੈਂਟ, ਸਰਜਰੀ ਕਰਨੀ ਆ, A to Z ਹਰ ਚੀਜ਼ ਅਸੀਂ ਬੱਕਰੀ ਦੀ ਆਪ ਖੁਦ ਕਰਦੇ ਹਾਂ। ਹਾਂਜੀ, ਸਾਰੀ ਆਪ ਕਰਦੇ ਹਾਂ। ਅੱਛਾ, ਆਪਾਂ ਫਾਰਮ ਘੁੰਮਦੇ ਹਾਂ। ਵੈਸੇ ਇੱਕ ਗੱਲ ਇਹ ਵੀ ਆ ਬਈ ਆਪਣੇ ਵਾਲਿਆਂ ਦੀ, ਜਿਹੜਾ ਕੋਈ ਵੀ ਕੰਮ ਕਿੱਤਾ ਸ਼ੁਰੂ ਕਰਦੇ ਆ ਨਾ, ਤੁਸੀਂ ਤਾਂ ਬਹੁਤਾ ਕਹਿਤਾ ਵੀ ਭਾਈ 6 ਮਹੀਨੇ 5 ਮਹੀਨੇ, ਆਪਣਾ ਤਾਂ ਇਹ ਕਹਿੰਦੇ ਆ ਵੀ ਸ਼ਾਇਦ 1-2 ਮਹੀਨੇ ਬਾਅਦ ਹੀ ਸਾਨੂੰ ਇਨਕਮ ਆਉਣੀ ਜਿਹੜੀ ਹੈਗੀ ਸ਼ੁਰੂ ਹੋ ਜਾਏ, ਕਹਿੰਦੇ ਆ ਨਾ। ਇਹ ਕੰਮ ਦੇ ਵਿੱਚ ਕੀ ਹੁੰਦਾ, ਜੇ ਆਪਾਂ ਖੇਤੀ ਨਾਲ ਰਿਲੇਟਡ ਸਹਾਇਕ ਧੰਦੇ ਕਰਦੇ ਹਾਂ ਕੋਈ ਵੀ, ਹੈ ਨਾ, ਤਾਂ ਇਹਨਾਂ 'ਚ ਆਪਾਂ ਨੂੰ ਸਹਿਣਸ਼ੀਲਤਾ ਥੋੜ੍ਹੀ ਰੱਖਣੀ ਪੈਂਦੀ ਹੈ ਜ਼ਿਆਦਾ। ਅਤੇ ਕਿਉਂਕਿ ਇਹਨਾਂ ਕੰਮਾਂ ਦੇ ਵਿੱਚ ਆਪਾਂ ਜੇ ਅਗਰ ਇੱਕ ਵਾਰ ਆਪਾਂ ਇਹ 'ਚ 2 ਸਾਲ ਇਹਨੂੰ ਵਧੀਆ ਤਰੀਕੇ ਨਾਲ ਪ੍ਰੋਪਰ ਪੂਰਾ ਕੰਮ ਡੈਡੀਕੇਟ ਹੋ ਕੇ ਦੇਤੇ ਆਪਾਂ, ਹੈ ਨਾ, ਤਾਂ ਮੁੜ ਕੇ ਕੰਮ ਕਦੇ ਆਪਾਂ ਨੂੰ ਘੱਟ ਨਹੀਂ ਦੇ ਸਕਦਾ। ਅਸੀਂ ਇਹ ਰਿਜ਼ਲਟ ਇਹਦਾ 5 ਸਾਲਾਂ ਵਿੱਚ ਕੱਢਿਆ ਹੋਇਆ ਹੈਗਾ ਕਿ ਜਿੰਨਾ ਪ੍ਰੋਫਿਟ ਅਸੀਂ, ਮੈਂ ਕਹਿੰਦਾ, ਬੱਕਰੀਆਂ ਦੇ ਵਿੱਚੋਂ ਅਸੀਂ ਕਮਾਇਆ, ਅਸੀਂ ਇਹਨਾਂ 'ਚੋਂ ਮੁਨਾਫਾ ਲਿਆ ਬੱਕਰੀਆਂ ਤੋਂ ਨਾ, ਅਤੇ ਜੇਕਰ ਅਸੀਂ ਕਿਤੇ ਜੋਬ ਕਰਦੇ ਤਾਂ ਸ਼ਾਇਦ ਅਸੀਂ ਉੱਥੇ ਹੀ ਰਹਿ ਜਾਂਦੇ ਨਾ, ਕੁਝ ਵੀ ਨਹੀਂ ਕਰ ਸਕਦੇ ਸੀਗੇ। ਇੱਕੋ ਸੈਲਰੀ ਪੈ ਕੇ ਸਾਡਾ ਵੱਜ ਜਾਂਦਾ ਤਨਖਾਹ ਸਾਡੀ ਵੀ, ਹਾਂ ਤੁਸੀਂ 10,000 15 ਮਹੀਨੇ ਤੁਸੀਂ ਲੈਣਾ ਜੀ, ਹੈ ਨਾ। ਹੁਣ ਇੱਥੇ ਸਾਡੀ ਕੋਈ ਲਿਮਟ ਨਹੀਂ ਹੈਗੀ ਜੀ। ਅੱਛਾ, ਇੱਕ ਚੀਜ਼ ਹੋਰ ਦੱਸੋ, ਸ਼ੁਰੂਆਤ ਜਿਵੇਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ, ਮੈਂ ਵੀ ਕਿਹਾ ਉਹ 20 ਬੱਕਰੀਆਂ ਤੋਂ ਹੀ ਕੀਤੀ ਸੀ। ਹਾਂਜੀ, ਸ਼ੁਰੂਆਤ ਅਸੀਂ 20 ਤੋਂ ਕੀਤੀ ਸੀਗੀ, ਕਿਉਂਕਿ ਉੱਥੇ ਸਾਨੂੰ ਸਿਖਾਇਆ ਗਿਆ ਸੀਗਾ ਕਿ ਕਹਿੰਦੇ ਜਦੋਂ ਤੁਸੀਂ ਟ੍ਰੇਨਿੰਗ ਕਰਕੇ ਇੱਕ ਵਾਰੀ ਹੋ ਸਕਦਾ ਬੰਦਾ ਮੋਟੀਵੇਟ ਜ਼ਿਆਦਾ ਹੋਇਆ ਥੋੜ੍ਹਾ ਜਿਹਾ ਵੀ ਹਾਂ ਮੈਂ ਬੱਕਰੀ ਫਾਰਮ 'ਚ ਐਂ ਕਰ ਦੂੰ ਹੈ ਨਾ, ਪਰ ਉਹ ਕਹਿੰਦਾ ਤੁਸੀਂ ਇੱਕ ਵਾਰੀ ਥੋੜ੍ਹਾ 10-20 ਬੱਕਰੀਆਂ ਤੋਂ ਹੀ ਕਰਕੇ ਸ਼ੁਰੂ ਕਰਨਾ, ਫਾਰਮਰ ਨੂੰ ਕਰਨਾ ਚਾਹੀਦਾ, ਤਾਂ ਕਿ ਤੁਹਾਨੂੰ ਜਿਹੜਾ ਕੰਮ ਕੀ ਹੈ ਪਸੰਦ ਨਾ ਆਇਆ ਤਾਂ ਤੁਸੀਂ ਤੁਹਾਨੂੰ ਥੋੜ੍ਹਾ ਇਹਨੂੰ ਬੰਦ ਕਰਨਾ ਤੁਹਾਨੂੰ ਆਸਾਨ ਹੋ ਜੇ। ਹਾਂ, ਕੁਝ ਫਾਰਮਰ ਕਹਿੰਦੇ ਜੀ ਅਸੀਂ ਇਕੱਠਾ ਲੋਟ ਲੈ ਲਈ 50 ਬੱਕਰੀਆਂ 100 ਬੱਕਰੀਆਂ, ਸਾਡੇ ਕੋਲ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਅਤੇ ਬਈ ਸਾਡੀਆਂ ਬੱਕਰੀਆਂ ਮਰ ਰਹੀਆਂ ਨੇ ਹੁਣ ਜੀ, ਫਲਾਨਾ ਹੋ ਗਿਆ, ਇਹ ਹੋ ਗਿਆ, ਹੈ ਨਾ। ਤਾਂ ਉਹਦੇ ਵਿੱਚ ਕੀ ਆ ਘਾਟ, ਫਿਰ ਉੱਥੇ ਹੀ ਉਹ ਰੜਕ ਜਾਂਦੀ ਵੀ ਆਪਾਂ ਟ੍ਰੇਨਿੰਗ ਤੋਂ ਬਿਨਾਂ ਆਪਾਂ ਕੰਮ ਨੂੰ ਕਰ ਲੈਣੇ ਆ। ਬਿਲਕੁਲ। ਅੱਛਾ, ਇਹਦੀ ਹੁਣ ਮੈਨੂੰ ਖਾਸੀਅਤ ਦੱਸ ਦਿਓ, ਜਿਵੇਂ ਖੁਰਨੀ ਤੁਸੀਂ ਇਹਦੀ ਅਲੱਗ ਰੱਖੀ ਹੋਈ ਆ। ਇਹ ਨਾ ਜਿਹੜਾ ਖੁਰਨੀਆ ਡਿਜ਼ਾਈਨ ਹੈ ਸਾਡਾ ਖੁਦ ਆ ਜੀ, ਇਹ ਸਾਡਾ ਆਈਡੀਆ ਐਕਚੁਅਲ ਦੇ ਵਿੱਚ। ਵੈਸੇ ਜਿਹੜੇ ਫਾਰਮ ਦੇ ਜਿਹੜੇ ਰਿਕਮੈਂਡ ਹੁੰਦੇ ਐਵੇਂ ਉਹ ਖੁਰਲੀ ਪਈ ਆਪਣੀ ਇਸ ਤਰੀਕੇ ਦੇ ਲੋਹੇ ਵਾਲੇ ਫੀਡਰ ਹੁੰਦੇ ਹੈਗੇ। ਤਾਂ ਇੱਥੇ ਸਾਨੂੰ ਕੀ ਪ੍ਰੋਬਲਮ ਆਉਂਦੀ ਸੀ, ਕਿਉਂਕਿ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਆਪਦੀ ਸਹੂਲਤ ਨੂੰ ਕਰਦਾ, ਹੈ ਨਾ। ਹੁਣ ਜੇ ਸ਼ੁਰੂ ਤੋਂ ਅਸੀਂ ਲੇਬਰ ਰੱਖੀ ਹੁੰਦੀ ਸੀ ਇੱਥੇ ਸ਼ੁਰੂ ਤੋਂ ਜੀ, ਤਾਂ ਕਿਉਂਕਿ ਸ਼ੁਰੂ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਘੱਟੋ ਘੱਟ 2.5 ਸਾਲ ਸਾਡਾ ਟਾਰਗੇਟ ਸੀਗਾ ਮੇਰੇ ਤੇ ਰਾਜਪ੍ਰੀਤ ਦਾ, ਕਿ ਜਿੰਨਾ ਚਿਰ ਸਾਡੇ ਕੋਲ 100 ਬੱਕਰੀ ਨਹੀਂ ਹੁੰਦੀ ਅਸੀਂ ਉਹਨਾਂ ਚਿਰ ਕੋਈ ਲੇਬਰ ਵਾਲਾ ਬੰਦਾ ਨਹੀਂ ਲਾਉਣਾ ਕੋਈ ਵੀ। ਅੱਛਾ ਜੀ। ਹਾਂ, ਅਸੀਂ ਸ਼ੁਰੂ ਉੱਠ ਕੇ ਤੜਕੇ 5 ਵਜੇ ਉੱਠ ਕੇ ਫਾਰਮ ਦੀ ਸਫਾਈ ਕਰਨੀ ਸਾਰੇ ਦੀ, ਠੀਕ ਹੈ, ਬੱਚਿਆਂ ਨੂੰ ਦੁੱਧ ਪਿਆਉਣਾ, ਸਾਰਿਆਂ ਨੂੰ ਮਿਲਕਿੰਗ ਕਰਾਉਣੀ ਇਹਨਾਂ ਦੀ, ਫਿਰ ਬੱਕਰੀਆਂ ਨੂੰ ਫੀਡਿੰਗ ਕਰਾਉਣੀ। ਉਦੋਂ ਸਾਡਾ ਟੋਟਲੀ ਸਟਾਲ ਫੀਡਿੰਗ ਦੀ ਸੀਗਾ ਕੰਮ ਜਿੰਨਾ ਵੀ ਸੀਗਾ। ਅਤੇ ਉਦੋਂ ਫਿਰ ਅਸੀਂ ਵਿੱਚ ਆਉਂਦੇ ਸੀ ਇਹਨਾਂ ਦੇ, ਤੁਸੀਂ ਨੀਰਾ ਨੂਰਾ ਪਾਉਂਦੇ ਮੈਂ ਤੇ ਰਾਜਪ੍ਰੀਤ ਦੋਨੋਂ ਸੀ ਬੱਕਰੀਆਂ ਨੂੰ, ਤਾਂ ਉਹ ਸਾਡੇ ਪੈਰ ਲਦਰਨੇ ਬੱਕਰੀਆਂ। ਅੱਛਾ, ਠੀਕ। ਸਾਡੇ ਉੱਪਰ ਕਿਉਂਕਿ ਹਵਾ ਬੜੀ ਬਹੁਤ ਕਰਦਾ ਜਾਨਵਰ, ਖਾਣ ਦੇ ਵਿੱਚ ਬਹੁਤ ਜ਼ਿਆਦਾ ਫਾਸਟ ਹੁੰਦਾ। ਤਾਂ ਫਿਰ ਅਸੀਂ ਇਹ ਤਰੀਕੇ ਕੱਢੀ ਕਿ ਹਾਂ ਕਿ ਯਾਰ ਬੰਦਾ ਬਾਹਰ ਦੀ ਬਾਹਰ ਹੀ ਆਵੇ, ਤੈਨੂੰ ਬਾਹਰ ਦੀ ਵਾਰੀ ਪਾ ਕੇ ਵਾਪਸ ਮੁੜ ਜੇ। ਇਹ ਅਸੀਂ ਆਪਦੀ ਸਹੂਲਤ ਨੂੰ ਬਣਾਈਆਂ ਸੀਗੀਆਂ। ਅਤੇ ਉਹ ਫਿਰ ਜਦੋਂ ਸਾਡੇ ਕੋਲ 100 ਬੱਕਰੀ ਹੋ ਗਈ, ਉਸ ਤੋਂ ਬਾਅਦ ਅਸੀਂ ਲੇਬਰ ਵਾਲੇ ਆਪਣੇ ਜਿਹੜੇ ਕਿ 2 ਆਪਣੇ ਪਰਸਨ ਅਤੇ 2 ਭਰਾ ਆਪਣੇ ਕੰਮ ਕਰਦੇ ਇੱਥੇ ਲੀਵਰ 'ਚ, ਤਾਂ ਉਹਨਾਂ ਨੂੰ ਅਸੀਂ ਫਿਰ ਸਾਰਾ ਅਸੀਂ ਨਾਲ ਅਸੀਂ ਮੈਡੀਸਨ ਦਾ ਸਾਰਾ ਸੰਭਾਲਦੇ ਹਾਂ। ਹੁਣ ਪਹਿਲਾਂ ਅਸੀਂ ਮੈਡੀਸਨ ਦਾ, ਬੱਕਰੀਆਂ ਦੀ ਹੈਲਥ ਦਾ, ਬੱਕਰੀ ਰਾਤ ਨੂੰ ਸਰਦੀਆਂ ਵਿੱਚ ਬੱਕਰੀਆਂ ਸੂਣੀਆਂ, ਰਾਤ ਨੂੰ ਉੱਠ ਕੇ ਆਪ ਬੱਕਰੀਆਂ ਨੂੰ ਸਵਾਉਣਾ, ਅਤੇ ਉਹ ਸਾਰੇ ਕੰਮ ਅਸੀਂ ਆਪ ਖੁਦ ਕਰਦੇ ਰਹੇ ਹਾਂ ਸਾਰਾ। ਇਹ ਪਾਰਟੀਸ਼ਨ ਦਾ ਕੀ, ਇਹਦਾ ਵੀ ਕੀ ਪ੍ਰੋਸੈਸ ਆ, ਜਿਵੇਂ ਹੁਣ ਤੁਸੀਂ ਪਾਰਟ ਕੀਤੇ? ਹਾਂਜੀ, ਪਾਰਟੀਸ਼ਨ ਦੇ 'ਚ ਇਹ ਹੈ ਜੀ ਕਿ ਦੇਖੋ, ਅਗਰ ਆਪਾਂ ਇਹਨੂੰ ਬਿਜ਼ਨਸ ਸਕੇਲ 'ਤੇ ਕਰਨਾ ਵਧੀਆ ਤਰੀਕੇ ਨਾਲ, ਠੀਕ ਹੈ, ਇੱਕ ਆਪਾਂ ਇਹਨੂੰ ਕਹਿੰਦੇ ਆ ਵੀ ਸਕਸੈਸਫੁਲ ਗੋਡ ਫਾਰਮ ਦੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਛੋਟੇ ਬੱਚੇ ਉਹ ਅੱਡ ਤੋਂ ਹੋਣ, ਜਿਹੜੇ ਤੁਹਾਡੀਆਂ ਦੁੱਧ ਵਾਲੀਆਂ ਬੱਕਰੀਆਂ ਨੇ ਉਹ ਅਲੱਗ ਤੋਂ ਹੋਣ ਜੀ, ਔਰ ਤੁਹਾਡੇ ਜਿਹੜੇ ਆਪਣੀਆਂ ਪ੍ਰੈਗਨੈਂਟ ਗੋਟਸ ਨੇ, ਜਿਹਨੂੰ ਆਪਾਂ ਬੱਕਰੀਆਂ ਜਿਹੜੀਆਂ ਗੱਭਣ ਬੱਕਰੀਆਂ ਆਪਣੀਆਂ, ਉਹ ਆਪਣੀਆਂ ਅਲੱਗ ਕੇਜ ਰੱਖਣੀਆਂ ਹੁੰਦੀਆਂ ਆਪਾਂ ਨੂੰ। ਜਿਹੜੇ ਬਰੀਡਰ ਆਪਣੇ ਬੱਕਰੇ ਹੁੰਦੇ ਆ ਉਹਨਾਂ ਦਾ ਕੇਜ ਅਲੱਗ ਹੋਣਾ ਚਾਹੀਦਾ ਹੈ। ਅੱਛਾ ਬਾਈ, ਇੱਕ ਗੱਲ ਹੋਰ ਦੱਸਿਓ ਬਾਈ, ਮਤਲਬ ਸ਼ੁਰੂਆਤੀ ਦੌਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਹੈ? ਜਿਵੇਂ ਆਪਾਂ ਗੱਲ ਕਰੀ ਜਾਂਦੇ ਸੀ, ਬਾਈ ਰਾਜੂ ਬਾਈ ਕਹਿੰਦਾ ਵੀ ਯਾਰ ਸ਼ੁਰੂ ਦੇ ਟਾਈਮ ਦੇ ਵਿੱਚ ਤਾਂ ਸਾਨੂੰ ਹੀ ਬਹੁਤ ਪ੍ਰੋਬਲਮਸ ਆਈਆਂ ਜੀ। ਦੱਸੋ। ਹਾਂ ਰਾਜੂ ਬਾਈ, ਹਾਂਜੀ, ਕੀ ਪ੍ਰੋਬਲਮਸ ਆਉਂਦੀਆਂ ਸ਼ੁਰੂ 'ਚ? ਦੇਖੋ, ਸਟਾਰਟਿੰਗ ਦੇ ਵਿੱਚ ਜਿਵੇਂ ਟ੍ਰੇਨਿੰਗ ਕਰਕੇ ਅਸੀਂ ਸ਼ੁਰੂ ਕੀਤਾ ਸੀ ਕੰਮ, ਤਾਂ ਉਦੋਂ ਬੱਚਿਆਂ ਦੀ ਮੋਰਟੈਲਿਟੀ ਜ਼ਿਆਦਾ ਸੀਗੀ। ਅੱਛਾ। ਤੇ ਬੱਚਿਆਂ ਨੂੰ ਅਸੀਂ ਬਚਾ ਨਹੀਂ ਪਾਉਂਦੇ ਸੀਗੇ, ਕਿਉਂਕਿ ਨਵੇਂ ਬੰਦੇ ਨੂੰ ਆਹੀ ਹੁੰਦਾ ਕਿ ਆਪਾਂ ਜੇ ਬੱਚਿਆਂ ਨੂੰ ਦੁੱਧ ਜ਼ਿਆਦਾ ਪਿਆਵਾਂਗੇ ਤਾਂ ਉਹ ਜ਼ਿਆਦਾ ਛੇਤੀ ਤਗੜੇ ਹੋਣਗੇ। ਤਾਂ ਸ਼ੁਰੂ ਦੇ ਵਿੱਚ ਅਸੀਂ ਵੀ ਛੋਟੀਆਂ ਇਹੋ ਜਿਹੀਆਂ ਦਿੱਕਤਾਂ ਹੋਈਆਂ ਜਿਨ੍ਹਾਂ ਸਾਨੂੰ ਨੁਕਸਾਨ ਵੀ ਹੋਇਆ, ਤੇ ਅਸੀਂ ਦੁੱਧ ਜ਼ਿਆਦਾ ਪਿਆ ਦਿੰਦੇ ਸੀ ਬੱਚਿਆਂ ਨੂੰ, ਤੇ ਉਹਨਾਂ ਨੂੰ ਡਾਇਰੀਆ ਵਗੈਰਾ ਹੋ ਜਾਂਦਾ ਸੀ, ਬੋਡੀ ਡੀਹਾਈਡਰੇਟ ਹੋ ਜਾਂਦੀ ਸੀਗੀ। ਅਸੀਂ ਵੀ ਥੋੜ੍ਹਾ ਜਿਹਾ ਗੁੰਮਰਾਹ ਹੋ ਗਏ ਸੀਗੇ, ਪਜਲ ਹੋ ਜਾਂਦੇ ਸੀਗੇ, ਲੋਕਲ ਡਾਕਟਰ ਨੂੰ ਬੁਲਾਉਂਦੇ, ਪਰ ਜਾਣਕਾਰੀ ਉਹਨਾਂ ਨੂੰ ਪ੍ਰੋਪਰ ਹੈ ਨਹੀਂ ਸੀਗੀ ਬੱਕਰੀ ਬਾਰੇ।
ਤਾਂ ਇੰਜੈਕਸ਼ਨ ਵਗੈਰਾ ਲਵਾਉਂਦੇ ਜਾਂ ਕੁਝ ਹੋਰ ਟ੍ਰੀਟਮੈਂਟ ਕਰਦੇ ਤਾਂ ਅਸੀਂ ਬੱਚੇ ਨਹੀਂ ਬਚਾ ਪਾਏ ਸਟਾਰਟਿੰਗ ਦੇ ਵਿੱਚ। ਪਰ ਹੁਣ ਕੀ ਹੋਇਆ, ਜਿਵੇਂ ਤਜਰਬਾ ਵੱਧਦਾ ਗਿਆ ਸਾਡਾ ਤੇ ਸਾਡਾ ਉਹਨਾਂ ਨਾਲ ਵੀ ਮਤਲਬ ਸ਼ੇਅਰ ਹੁੰਦੀ ਰਹੀ ਜਾਣਕਾਰੀ, ਉਹਨਾਂ ਦੀ ਵੀ ਹੈਲਪ ਮਿਲਦੀ ਆ ਆਪਾਂ ਨੂੰ ਉੱਥੇ ਸਾਇੰਟਿਸਟ ਦੀ ਜਿੱਥੇ ਅਸੀਂ ਟ੍ਰੇਨਿੰਗ ਕਰਕੇ ਆਏ, ਜਾਂ ਆਪਾਂ ਨੂੰ ਪੁਰਾਣੇ ਬੰਦੇ ਜਿਹੜੇ ਬੱਕਰੀ ਪਾਲਕ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੁੰਦੀ ਤਾਂ ਉਹ ਵੀ ਸਾਨੂੰ ਕੁਝ ਨਾ ਕੁਝ ਦੱਸਦੇ, ਕੋਈ ਦੇਸੀ ਨੁਸਖੇ ਦੱਸਦੇ ਇਹਨਾਂ ਦੇ। ਤਾਂ ਉਹ ਅਸੀਂ ਜਦੋਂ ਅਸੀਂ ਆਪ ਆਪਣੇ ਹੱਥੀਂ ਅਜਮਾਉਣ ਲੱਗ ਗਏ, ਠੀਕ ਹੈ, ਅਪਲਾਈ ਕਰਨ ਲੱਗ ਗਏ ਤਾਂ ਸਾਨੂੰ ਉਹਦਾ 100% ਰਿਜ਼ਲਟ ਮਿਲਣ ਲੱਗ ਗਿਆ। ਪਹਿਲੀ ਸਟਾਰਟਿੰਗ ਦੇ ਵਿੱਚ ਤਾਂ ਆਪਾਂ ਨੂੰ ਹੁੰਦਾ ਨਵੇਂ ਬੰਦੇ ਨੂੰ ਕਿ ਆਪਾਂ ਟ੍ਰੇਨਿੰਗ ਵੀ ਕਰ ਲਈ ਤੇ ਟੀਕਾ ਲਾਉਣਾ ਵੀ ਔਖਾ ਹੁੰਦਾ ਹੈਗਾ, ਹੱਥ ਕੰਬਦੇ ਹੈਗੇ ਸਾਡੇ ਵੀ, ਮਤਲਬ ਉਹੀ ਸੀਗੀ ਕੰਡੀਸ਼ਨ ਸਟਾਰਟਿੰਗ ਦੇ ਵਿੱਚ। ਤੇ ਹੌਲੀ ਹੌਲੀ ਜਿਵੇਂ ਕਿ 1-2 ਵਾਰ ਇੰਜੈਕਸ਼ਨ ਲਾਏ, ਇਹਨਾਂ ਦਾ ਟ੍ਰੀਟਮੈਂਟ ਖੁਦ ਹਸਤੀ ਕੀਤਾ ਤੇ ਸਾਨੂੰ ਜਦੋਂ ਇਸ ਚੀਜ਼ ਦਾ ਰਿਜ਼ਲਟ ਮਿਲਣ ਲੱਗ ਗਿਆ ਤਾਂ ਅਸੀਂ ਉਸ ਤੋਂ ਬਾਅਦ ਮਤਲਬ ਵੈਟਰਨਰੀ ਡਾਕਟਰ ਵੀ ਮਤਲਬ ਫਾਰਮ ਦੇ ਵਿੱਚ ਨਹੀਂ ਬੁਲਾਇਆ ਤੇ ਹੌਲੀ ਹੌਲੀ ਇਸ ਚੀਜ਼ ਨੂੰ ਸੁਧਾਰਦੇ ਗਏ। ਤੇ ਉਹੀ ਮੋਰਟੈਲਿਟੀ ਜਿਹੜੀ ਪਹਿਲਾਂ ਸਟਾਰਟਿੰਗ ਦੇ ਵਿੱਚ ਸਾਡੀ 50% ਤੋਂ ਉੱਪਰ ਸੀਗੀ, ਬੱਚੇ ਅੱਧ ਤੋਂ ਵੱਧ ਮਤਲਬ ਮਰ ਜਾਂਦੇ ਸੀਗੇ, ਹੁਣ ਆਪਾਂ ਉਹ ਮੋਰਟੈਲਿਟੀ ਜਿਹੜੀ ਦਰ ਹੈਗੀ 4-5% ਤੇ ਲੈ ਜਾਂਦੀ। ਹੁਣ ਇਹਦੇ ਵਿੱਚ ਆਪਾਂ ਨੂੰ ਜਿਹੜੀ ਮੇਨ ਇਨਕਮ ਹੁੰਦੀ ਹੈਗੀ ਬਰੀਡ ਦੇ ਵਿੱਚ ਤੁਹਾਨੂੰ ਦੱਸਿਆ, ਤਾਂ ਬੱਚੇ ਮਤਲਬ ਆਪਾਂ ਜੇ ਇਹਦੇ ਪਾਲ ਲਾਂਗੇ ਅੱਗੇ ਹੈਲਦੀ ਬੱਚੇ ਪੈਦਾ ਕਰ ਲਾਂਗੇ ਤਾਂ ਉਹਦੇ ਤੋਂ ਆਪਾਂ ਨੂੰ ਇਨਕਮ ਆਉਂਦੀ ਹੈ। ਅੱਛਾ, ਇੱਕ ਸੰਦੀਪ ਭਾਈ ਮੈਨੂੰ ਤੁਸੀਂ ਹੋਰ ਵੀ ਦੱਸ ਰਹੇ ਸੀ ਕਿ ਵਿਦੇਸ਼ਾਂ ਦੇ ਵਿੱਚ ਤੁਸੀਂ ਆਪਣੀਆਂ ਜਿਹੜੀਆਂ ਬੱਕਰੀਆਂ ਉਹ ਭੇਜੀਆਂ, ਬਾਰੇ ਜ਼ਰੂਰ ਦੱਸੋ। ਦੇਖੋ ਉਹਦੇ 'ਚ ਕੀ ਸੀ ਨਾ, ਦੇਖੋ ਸਾਡੀ ਅਚੀਵਮੈਂਟ ਵੀ ਰਹੀ ਹੈ, ਚਲੋ ਆਪਾਂ ਨੂੰ ਖੁਸ਼ੀ ਵੀ ਹੁੰਦੀ, ਆਪਾਂ ਕੰਮ ਕਰਦੇ ਹਾਂ ਨਾ ਕੋਈ ਅਚੀਵਮੈਂਟ ਬੰਦੇ ਕੋਲ ਆਉਂਦੀ ਆ। ਤਾਂ ਉਹ ਐਕਚੁਅਲੀ ਵਿੱਚ ਕੀ ਹੋਇਆ, ਸਾਡਾ YouTube ਚੈਨਲ ਸੀਗਾ, ਅਸੀਂ ਉੱਤੇ ਆਪਦੀ ਵੀਡੀਓਜ਼ ਓਨਲੀ ਮੈਡੀਸਨ ਔਰ ਟ੍ਰੀਟਮੈਂਟ ਦੱਸਿਆ ਸੀ, ਕਦੇ ਵੀ ਕੋਈ ਉੱਤੇ ਹੋਰ ਕੋਈ ਸੇਲ ਪਰਚੇਜ਼ ਨੂੰ ਲੈ ਕੇ ਵੀਡੀਓ ਅਪਲੋਡ ਨਹੀਂ ਕੀਤੀ ਸੀਗੀ। ਤਾਂ ਉਹ ਸਾਡੇ ਕੋਲ ਇੱਕ ਵੀਅਤਨਾਮ ਤੋਂ ਕਸਟਮਰ ਸੀਗਾ, ਉਸਨੇ ਸਾਡੇ ਚੈਨਲ ਥਰੂ ਸਾਡੇ ਨਾਲ ਸੰਪਰਕ ਕੀਤਾ ਕਿਉਂਕਿ ਉਹ ਲੈਂਗੁਏਜ ਦੀ ਪ੍ਰੋਬਲਮ ਸੀ। ਉਹ ਟਰਾਂਸਲੇਟਰ ਲੈ ਕੇ ਆਏ, ਕੋਲਕਾਤਾ ਤੋਂ ਇੱਕ ਟਰਾਂਸਲੇਟਰ ਆਇਆ ਸੀਗਾ ਨਾਲ, ਹਾਂਜੀ ਉਹ ਇੱਥੇ ਆਏ ਸੀਗੇ ਸਾਡੇ ਕੋਲੇ। ਤਾਂ ਉਹਨਾਂ ਨੇ ਕੀ ਕੀਤਾ, ਸਾਨੂੰ ਡਿਮਾਂਡ ਕੀਤੀ ਬੀਟਲ ਦੀ ਡਿਮਾਂਡ ਕੀਤੀ। ਅਸੀਂ ਸਰਚ ਕੀਤਾ ਵੀ ਆਪਾਂ ਹੁਣ ਸਾਡੇ ਲਈ ਸਭ ਤੋਂ ਵੱਡਾ ਟਾਸਕ ਸੀਗਾ ਇਹਨੂੰ ਐਕਸਪੋਰਟ ਕਿਵੇਂ ਕਰਨਾ, ਆਪਾਂ ਵੀ ਕਿੱਥੇ ਲੈ ਕੇ ਆਉਣਾ, ਠੀਕ ਹੈ। ਫਿਰ ਅਸੀਂ ਦਿੱਲੀ ਦੇ ਵਿੱਚ ਗਏ, ਉੱਥੇ ਅਸੀਂ ਟਾਈਮ ਸਪੈਂਡ ਕੀਤਾ, ਉੱਥੇ ਲੌਜਿਸਟਿਕ ਕੰਪਨੀ ਲੱਭੀ। ਫਿਰ ਉਹਨਾਂ ਨੇ ਕੀ ਕੀਤਾ, ਸਾਥੋਂ 100 ਬੱਕਰੀ ਸਾਡੇ ਨਾਲ ਕੰਟਰੈਕਟ ਹੋਇਆ ਉਹਨਾਂ ਦਾ। ਜਦੋਂ ਕੰਟਰੈਕਟ ਸਾਈਨ ਹੋ ਗਿਆ ਸਾਨੂੰ ਤੇ ਅਸੀਂ ਉਹਨਾਂ ਦੇ 20-30 ਦੇ ਲੋਡ ਕਰਕੇ ਅਸੀਂ ਦਿੱਲੀ 에ਅਰਪੋਰਟ ਤੋਂ ਇੰਡੀਆ ਦੇ ਵਿੱਚ ਅਸੀਂ ਪਹਿਲੀ ਵਾਰ ਐਜ਼ ਏ ਫਾਰਮਰ ਸੀਗੇ ਅਸੀਂ ਜਿਹਨੇ ਕਿ ਬੀਟਲ ਬੱਕਰੀ ਆਪਾਂ ਵੀਅਤਨਾਮ ਦੇ ਵਿੱਚ ਆਪਾਂ 100 ਬੱਕਰੀ ਐਕਸਪੋਰਟ ਕੀਤੀ ਹੋਈ ਹੈ। ਅੱਛਾ, ਬਾਹਰਲੇ ਮੁਲਕ? ਹਾਂਜੀ ਹਾਂ, ਬਾਹਰਲੇ ਮੁਲਕ ਦੇ ਵਿੱਚ। ਕਿਉਂਕਿ ਇੱਕ ਚੀਜ਼ ਹੋਰ ਦੱਸਿਓ, ਹੁਣ ਇਹਦੇ ਵਿੱਚ ਜਿਹੜਾ ਮੇਨ ਨਸਲ ਦੀ ਗੱਲ ਮੈਂ ਕਰ ਲਵਾਂ, ਨਸਲ ਆਪਣੇ ਕਿਹੜੀ ਹੈ ਜ਼ਿਆਦਾ ਪੰਜਾਬ ਦੇ? ਆਪਣੇ ਦੇਖੋ ਪੰਜਾਬ ਦੇ ਵਿੱਚ ਜਿਹੜੀ ਵਧੀਆ ਨਸਲ ਸਭ ਤੋਂ ਵਧੀਆ ਜਿਹੜੀ ਪ੍ਰੋਪਰ ਪੂਰੀ ਡਿਮਾਂਡ ਚੱਲ ਰਹੀ ਉਹ ਬੀਟਲ ਨਸਲ ਹੀ ਸਭ ਤੋਂ ਵਧੀਆ ਜੀ। ਵੈਸੇ ਲੋਕ ਨਾਲ ਬਰਬਰੀ ਪਾ ਰਹੇ, ਉਹ ਵੀ ਨਸਲ ਵਧੀਆ ਕਿ ਕੋਈ ਮਾੜੀ ਨਹੀਂ ਹੈਗੀ, ਬਟ ਬੀਟਲ ਦੀ ਡਿਮਾਂਡ ਥੋੜੀ ਜ਼ਿਆਦਾ ਹੈਗੀ ਅੱਜ ਦੇਖਿਆ। ਕਾਰਨ ਬਾਈ ਇਹ ਬੱਕਰੀ ਦੇਖੋ, ਇਹ ਬੱਕਰੀ ਤੋਂ ਆਪਾਂ ਤਿੰਨੇ ਕੰਮ ਲੈ ਸਕਦੇ ਹਾਂ। ਤਿੰਨੇ ਕੰਮ ਕੀ ਮਤਲਬ ਦੇਖੋ, ਹਰ ਇੱਕ ਬੰਦੇ ਦਾ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ ਜੀ। ਜਿਵੇਂ ਹੁਣ ਸਾਡਾ ਕੰਮ ਅਸੀਂ ਸ਼ੁਰੂ ਕੀਤਾ ਕੰਮ ਬਰੀਡ ਦੇ ਉੱਪਰ ਜੀ, ਅਸੀਂ ਨਸਲ ਤਿਆਰ ਕਰਕੇ ਸੇਲ ਕਰਦੇ ਹਾਂ। ਬੀਟਲ ਤਿੰਨੇ ਪਰਪਸ ਤੋਂ ਆਪਦੇ ਪੱਖ ਦੇ ਵਿੱਚ ਤਿੰਨੋਂ ਤੋਂ ਪੂਰਾ ਵਧੀਆ ਤਰੀਕੇ ਨਾਲ ਨਿਭਾਉਂਦੀ ਹੈ ਇਹ। ਪਹਿਲਾ ਹੋਗਾ ਬਰੀਡ ਪਰਪਸ, ਅਸੀਂ ਬਰੀਡ ਵਾਸਤੇ ਕਰਨਾ ਤਾਂ ਵਧੀਆ ਸਾਨੂੰ ਪੈਸੇ ਦੇ ਕੇ ਜਾਊਗੀ ਇਹ। ਅਗਰ ਕੋਈ ਫਾਰਮਰ ਨੂੰ ਦੁੱਧ ਪਰਪਸ ਵਾਸਤੇ ਕਰਨਾ ਚਾਹੁੰਦਾ, ਮਿਲਕਿੰਗ ਵਾਸਤੇ, ਜਿਵੇਂ ਤੁਹਾਨੂੰ ਮੈਂ ਦੱਸ ਕੇ ਕਿ ਬੈਂਗਲੌਰ ਦੇ ਸਾਡੇ ਫਾਰਮਰ ਨੇ ਉਹ ਦੁੱਧ ਦੇ ਪ੍ਰੋਡਕਟ 'ਤੇ ਕੰਮ ਕਰ ਰਹੇ ਆ, ਠੀਕ ਹੈ ਜੀ। ਤਾਂ ਦੁੱਧ ਵਾਸਤੇ ਪ੍ਰੋਡਕਸ਼ਨ ਇਹਦੀ 2-2.5-3 ਲੀਟਰ 3.5 ਲੀਟਰ ਆਪਾਂ ਨੂੰ ਦੁੱਧ ਵਧੀਆ ਬੀਟਲ ਬੱਕਰੀ ਇੱਕ ਦਿਨ ਦਾ ਕੱਢ ਦਿੰਦੀ ਆ ਅਗਰ ਆਪਾਂ ਇਹਦੀ ਡਾਈਟ ਸਹੀ ਰੱਖਾਂਗੇ। ਤਾਂ ਤੀਸਰਾ ਆ ਗਿਆ ਮੀਟ ਦਾ, ਮੀਟ ਪਰਪਸ ਵਾਸਤੇ ਸਭ ਤੋਂ ਵਧੀਆ ਹੈਗੀ ਇਹ ਨਸਲ ਬੀਟਲ। ਹਾਂਜੀ, ਹੁਣ ਕੋਈ ਬਰੀਡ ਦੇ ਵਿੱਚ ਕੀ ਹੁੰਦਾ ਕਿ ਦੁੱਧ ਦੀ ਕੁਆਲਿਟੀ ਨਹੀਂ ਹੁੰਦੀ, ਦੁੱਧ ਘੱਟ ਹੁੰਦਾ ਗਾ, ਨਸਲ ਵਾਸਤੇ ਦੀ ਵੈਲਿਊ ਘੱਟ ਹੁੰਦੀ ਹੈ ਜੀ। ਇਕੱਲੀ ਮੀਟ ਵਾਸਤੇ ਜਿਵੇਂ ਸਿਰੋਹੀ ਨਸਲ ਹੈ, ਸਿਰੋਹੀ ਜ਼ਿਆਦਾਤਰ ਮੀਟ ਦੇ ਵਿੱਚ ਵੱਧ ਵਰਤੀ ਜਾਂਦੀ ਹੈ। ਤਾਂ ਬੀਟਲ ਦਾ ਕੀ ਹੈ, ਤਿੰਨੋਂ ਪਰਪਸ ਲਈ ਯੂਜ਼ ਹੋ ਜਾਂਦੀ ਹੈ, ਜਿੱਥੇ ਮਰਜ਼ੀ ਇਹਨੂੰ ਯੂਜ਼ ਕਰ ਲਓ ਤੁਸੀਂ। ਅੱਛਾ, ਇੱਕ ਜਿਹੜੀ ਉਹ ਕਹਿੰਦੇ ਹੁੰਦੇ ਆਪਾਂ ਚੱਲਦੇ ਗੱਲ, ਇੱਕ ਜਿਹੜੀ ਉਹ ਕਹਿੰਦੇ ਪਹਾੜੀ ਬਾਈ ਛੋਟੇ ਜਿਹੇ ਕੰਨਾਂ, ਉਹਨੂੰ ਬਰਬਰੀ ਕਹਿੰਦੇ ਜੀ, ਉਹ ਬਰਬਰੀ ਨਸਲ ਹੈ। ਉਹ ਆਪਣੇ ਯੂਪੀ ਦੀ ਨਸਲ ਆ, ਉਹ ਯੂਪੀ ਦੀ ਬਰੀਡ ਹੈ ਬਰਬਰੀ ਮੇਨ। ਤੇ ਉਹ ਬਰਬਰੀ ਬਰੀਡ ਹੈ, ਉਹਦਾ ਹਾਈਟ ਛੋਟੀ ਹੁੰਦੀ ਆ, ਉਹ ਰੰਗਦਾਰ ਹੁੰਦੀ ਹੈ, ਵਾਈਟ ਕਲਰ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਆ ਉਹ। ਤਾਂ ਉਹ ਮਥੁਰਾ ਦੇ ਵਿੱਚ ਯੂਪੀ ਦੀ ਬਰੀਡ ਹੈ। ਇੱਕ ਚੀਜ਼ ਹੋਰ ਦੱਸੋ, ਹੁਣ ਜਿਵੇਂ ਕਿਸੇ ਨਵੇਂ ਭਰਾ ਨੇ ਜਿਹੜੇ ਨੇ ਉਹਨੇ ਪਹਿਚਾਣ, ਕਿਉਂਕਿ ਜਿਵੇਂ ਆਪਾਂ ਗੱਲ ਵੀ ਕਰ ਰਹੇ ਸੀ ਵੀ ਇਹਦੇ ਵਿੱਚ ਬਹੁਤ ਚੱਲ ਰਹੀ ਆ ਹੈ ਨਾ, ਹੇਰਾਫੇਰੀ ਬੜੀ ਚੱਲ ਰਹੀ ਆ, ਹੁਣ ਪਹਿਚਾਣ ਕਰਨੀ ਆ ਵੀ ਇਸ ਲਈ ਕਿਹੜੀ ਆ ਤੇ ਭਾਈ ਥੋੜੀ ਮਿਕਸਿੰਗ ਦੇ ਵਿੱਚ ਕਿਹੜੀ? ਅਸੀਂ ਫਾਰਮਰ ਨੂੰ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪਹਿਲਾਂ ਸਾਰੀਆਂ ਵੀਡੀਓ, ਸਾਡਾ SR ਕਮਰਸ਼ੀਅਲ ਗੋਡ ਫਾਰਮ ਚੈਨਲ ਆ YouTube ਤੇ, ਸਾਡੀਆਂ ਵੀਡੀਓ ਵੀ ਦੇਖ ਸਕਦੇ ਆ। ਅਸੀਂ ਉਹ 'ਚ ਨਸਲ ਦੀ ਪਹਿਚਾਣ ਆਪਾਂ ਕਿਵੇਂ ਕਰਨੀ ਹੈ, ਹਰ ਚੀਜ਼ ਬਾਰੇ 'ਚ ਪ੍ਰੋਪਰ ਤਰੀਕੇ ਨਾਲ ਦੱਸਿਆ ਹੋਇਆ ਹੈਗਾ। ਤੇ ਫਿਰ ਵੀ ਫਾਰਮਰ ਕੀ ਹੁੰਦਾ ਨਾ, ਲੋਕਾਂ ਦੇ ਕਈ ਵਾਰੀ ਵਪਾਰੀਆਂ ਦੇ ਜਾਂ ਜਿਹੜੇ ਦਲਾਲ ਹੁੰਦੇ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਆ
ਤਾਂ ਉਹ ਜਦੋਂ ਚਾਰ ਮਾਰਦੇ ਉਹ ਕੱਢ ਕੇ ਟ੍ਰਿਪਲ ਲਾਉਂਦੇ ਹਨਾ, ਤਾਂ ਉਹ ਫਿਰ ਬੰਦਾ ਘੁੰਮੇਦਾ ਕਹਿੰਦਾ ਹਾਂ ਬੰਦਾ ਸਹੀ ਬੋਲ ਰਿਹਾ। ਆਪਣੇ ਇਮੋਸ਼ਨਲ ਅਤਿਆਚਾਰ ਜ਼ਿਆਦਾ ਕੀਤਾ ਥੋੜਾ ਜਿਹਾ। ਇਹ ਸਾਡਾ ਇਹ ਸਿਸਟਮ ਨਹੀਂ ਹੈਗਾ, ਅਸੀਂ ਜਿਹੜੀ ਗੱਲ ਹੁੰਦੀ ਸਿੱਧੀ ਬੰਦੇ ਮੂੰਹ ਤੇ ਕਹਿ ਦਿੰਦੇ ਵੀ ਆਹ ਚੀਜ਼ ਗਲਤ ਆ ਤੇਰੇ ਲਈ, ਗਲਤ ਇਹਨੂੰ ਨਹੀਂ ਕਰਨਾ, ਤੂੰ ਨਾ ਅਸੈਪਟ ਕਰੀ। ਪਰ ਬਹੁਤ ਸਾਰੇ ਫਾਰਮਰ ਜਿਹੜੇ ਸਾਡੇ ਨਾਲ ਲੱਗ ਕੇ ਸਾਡੇ ਚੱਲੇ ਸੀਗੇ ਤੇ ਵਧੀਆ ਅੱਜ ਪ੍ਰੋਫਿਟ ਵੀ ਲੈ ਰਹੇ ਆ, ਇਹੋ ਜਿਹੀ ਗੱਲ ਨਹੀਂ ਹੈਗੀ। ਬਟ ਵੀ ਕਹਿਣ ਦਾ ਮਤਲਬ ਕੀ ਹੈ ਕਿ ਪਹਿਲਾਂ ਸਿੱਖ ਕੇ ਤੁਸੀਂ ਅੱਜ ਮੇਰੇ ਕੋਲ ਆਏ ਹੋ, ਕੋਈ ਫਾਰਮਰ ਸਾਡਾ ਫਾਰਮ ਵਿਜ਼ਿਟ ਕਰਨਾ ਆਉਂਦਾ, ਫਾਰਮ ਵਿਜ਼ਿਟ ਆਪਣਾ ਬਿਲਕੁਲ ਫ੍ਰੀ ਹੈ, ਜਦੋਂ ਮਰਜ਼ੀ ਆਓ, ਕੋਈ ਚੱਕਰ ਨਹੀਂ, ਕਾਲ ਕਰਕੇ ਸਾਨੂੰ। ਬਟ ਉਹਦੇ ਵਿੱਚ ਕੀ ਆ, ਸਾਥੋਂ ਵੀ ਤੁਸੀਂ ਆਏ ਹੋ, ਅੱਗੇ 10 ਬੰਦਿਆਂ ਤੋਂ ਹੋਰ ਰਹਿ ਲਓ, ਕਿਉਂਕਿ ਹਰ ਇੱਕ ਦੇ ਵਿਊ ਤੁਹਾਡੇ ਲਈ ਅੱਡੋ ਅੱਡ ਹੋਣਗੇ। ਫਿਰ ਉਹਨੂੰ ਤੁਸੀਂ ਕੰਪੈਰੀਜ਼ਨ ਕਰੋ ਕਿ ਕਿਹੜਾ ਬੰਦਾ ਮੇਰੇ ਲਈ ਸਹੀ ਰਾਏ ਮੈਨੂੰ ਦੇ ਰਿਹਾ ਸੀਗਾ। ਤਾਂ ਇਸ ਕਰਕੇ ਆਪਾਂ ਕਦੇ ਵੀ ਇੱਕ ਦੀ ਗੱਲ ਦੇ ਵਿੱਚ ਆ ਕੇ ਕਦੇ ਵੀ ਆਪਾਂ ਨੂੰ ਐਡਾ ਵੱਡਾ ਡਿਸੀਜਨ ਲੈਣਾ ਚਾਹੀਦਾ ਫਾਰਮ ਕਰਨ ਦਾ, ਕਿਉਂਕਿ ਬੱਕਰੀ ਪਾਲਣ ਦਾ ਕੰਮ ਹੈ ਬਹੁਤ ਕਾਮਯਾਬ ਕੰਮ ਹੈ, ਬਹੁਤ ਪ੍ਰੋਫਿਟ ਵਾਲਾ ਕੰਮ ਹੈ, ਬਹੁਤ ਵਧੀਆ ਬਿਜ਼ਨਸ ਹੈ। ਪਰ ਜੇ ਇਹਨੂੰ ਵਧੀਆ ਤਰੀਕੇ ਨਾਲ ਸਿੱਖ ਕੇ ਕੀਤਾ ਜਾਵੇ ਫਿਰ ਪ੍ਰੋਫਿਟ ਦੇ ਵਿੱਚ ਆ। ਅਗਰ ਆਪਾਂ ਬਸ ਐਂ ਕਰ ਲਿਆ ਬੱਕਰੀ ਪਾਲ ਲਈ, ਲੇਕਿਨ ਆਪਾਂ ਨੂੰ ਇਹੀ ਨਹੀਂ ਪਤਾ ਕਿ ਆਪਾਂ ਉਹਦੀ ਮਾਰਕੀਟਿੰਗ ਆਪਾਂ ਕਿਵੇਂ ਕਰ ਰਹੇ ਹਾਂ, ਆਪਾਂ ਵੇਚਣਾ ਕਿੱਥੇ ਉਹਨੂੰ। ਫਿਰ ਮੰਡੀਆਂ ਧੱਕੇ ਖਾਂਦੇ ਫਿਰਦੇ ਤੁਰੇ ਲੈ ਕੇ 4 ਬੱਕਰੀਆਂ ਮੰਡੀਆਂ 'ਚ ਝੋਲੀ ਵੇਚ ਕੇ ਅੱਗੇ ਜੀ, ਉੱਥੇ ਰੇਟ ਮਰਜ਼ੀ ਦਾ, ਉੱਥੇ ਵਪਾਰੀ ਆਪਦੀ ਮਰਜ਼ੀ ਦਾ ਰੇਟ ਦਿੰਦੇ ਆਪਾਂ ਨੂੰ। ਇੱਥੇ ਸਾਡੇ ਫਾਰਮ 'ਚ ਕੀ ਸਿਸਟਮ ਹੈ, ਇੱਥੇ ਅਸੀਂ ਰੇਟ ਆਪਦਾ ਅਸੀਂ ਆਪ ਤੈਅ ਕਰਨਾ ਵੀ ਸਾਡੀ ਨਸਲ ਦਾ ਅਸੀਂ ਤੇ ਮਿਹਨਤ ਕੀਤੀ, ਅਸੀਂ ਤੇ ਪਾਲੀਏ ਖਰਚਾ ਕੀਤਾ, ਸਾਡਾ ਆਹ ਰੇਟ ਹੈ। ਅਗਰ ਤੁਸੀਂ ਲੈ ਕੇ ਜਾਣੀ ਹੈ ਤਾਂ ਲਿਜਾਓ, ਨਹੀਂ ਤੁਸੀਂ ਹੋਰ ਕਿਤੋਂ ਵੀ ਲੈ ਸਕਦੇ, ਕੋਈ ਇਸ਼ੂ ਨਹੀਂ। ਤੁਸੀਂ ਮੰਡੀਆਂ 'ਚ ਨਹੀਂ ਗਏ? ਨਹੀਂ ਜੀ, ਕਦੇ ਵੀ ਅਸੀਂ ਅੱਜ ਤੱਕ ਆਪਦਾ ਸਿੰਗਲ ਜਾਨਵਰ ਵੀ ਕਹਿੰਦਾ ਕਦੇ ਮੰਡੀ ਤੇ ਅਸੀਂ ਸੇਲ ਨਹੀਂ ਕੀਤਾ ਕਦੇ ਵੀ। ਸਾਡਾ ਫਾਰਮ ਦੇ ਵਿੱਚੋਂ ਹੀ ਇੱਥੋਂ ਹੀ ਸਾਰੀ ਮਾਰਕੀਟਿੰਗ ਹੁੰਦੀ ਹੈ ਸਾਡੀ, ਇੱਥੋਂ ਹੀ ਵਪਾਰੀ ਨੇ, ਸਾਰਾ ਫਾਰਮਰ ਨੇ ਆਉਣਾ ਚਾਹੇ ਵਪਾਰੀ ਨੇ ਆਉਣਾ, ਜਿਹਨੂੰ ਲੋੜ ਹੈ ਇੱਥੋਂ ਹੀ ਆ ਕੇ ਲੈ ਕੇ ਜਾਂਦਾ ਸਾਡਾ। ਅੱਛਾ ਰਾਜੂ ਬਾਈ, ਸਾਂਭ ਸੰਭਾਲ ਦੇ ਖਰਚੇ ਦੀ ਗੱਲ ਕਰਾਂ, ਜੇਕਰ ਮੈਂ ਜਿਸ ਤਰ੍ਹਾਂ ਦੇ ਨਾਲ ਕੀ ਚੀਜ਼ਾਂ ਖਾਂਦੀਆਂ ਨੇ, ਕੋਈ ਫੀਡ ਆ, ਚਾਰਾ ਆ, ਕੀ ਹੁੰਦਾ? ਹਾਂਜੀ, ਮੇਨ ਇਹਦੀ ਖੁਰਾਕ ਦੇ ਵਿੱਚ ਜਿਵੇਂ ਆ ਜਾਂਦਾ 70% ਤਾਂ ਇਹ ਸੁੱਕਾ ਚਾਰਾ ਖਾਂਦੀ ਹੈ, ਜਿਹਦੇ ਵਿੱਚ ਆਪਾਂ ਇਹਨਾਂ ਨੂੰ ਗੁਆਰੇ ਦਾ ਨੀਰਾ, ਮੂੰਗਫਲੀ ਦਾ, ਮੂੰਗੀ ਦਾ ਨੀਰਾ, ਠੀਕ ਹੈ, ਇਹ ਲੈ ਲੈਂਦੇ ਆਪਾਂ ਸਟਾਕ ਇਕੱਠਾ ਸਾਲ ਭਰ ਦਾ, ਤਾਂ ਉਹ ਖਾਂਦੀਆਂ। ਦੂਸਰਾ ਆਪਾਂ ਹਰਾ ਚਾਰਾ, ਜਿਵੇਂ ਆਪਣੇ ਸੀਜ਼ਨ ਵਾਈਜ਼ ਜੋ ਵੀ ਹੁੰਦਾ ਹੈਗਾ, ਹੁਣ ਅੱਗੇ ਜਿਵੇਂ ਆਪਣਾ ਸਰਦੀ ਦਾ ਸੀਜ਼ਨ ਹੈਗਾ, ਬਰਸੀਨ ਹੈ, ਰਿਜ਼ਕਾ, ਜਮੀ ਵਗੈਰਾ, ਇਹਦੀ ਬਿਜਾਈ ਹੋ ਜੂਗੀ, ਤਾਂ ਇਹ ਵੀ ਆਪਾਂ ਇਹਨੂੰ ਕਟਿੰਗ ਕਰਕੇ ਇਹਨੂੰ ਪਾ ਸਕਦੇ ਹੈਗੇ। ਤੇ ਕੰਸਨਟਰੇਟ ਫੀਡ ਦੇ ਵਿੱਚ ਜਿਵੇਂ ਦਾਣਾ ਇੱਕ ਮਿਕਸਚਰ ਹੈ, ਜਿਹੜਾ ਆਪਾਂ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਫੀਡ ਵੀ ਆ ਰਹੀਆਂ, ਕਾਫੀ ਕੋਸਟਲੀ ਪੈ ਰਹੀਆਂ, ਪਰ ਉਹਦਾ ਕੀ ਰਿਜ਼ਲਟ ਫਾਰਮਰ ਨੂੰ ਮਿਲਦਾ ਨਹੀਂ, ਸਾਈਡ ਇਫੈਕਟ ਅੱਗੇ ਜਾ ਕੇ ਆਉਂਦੇ ਹੈਗੇ। ਪਰ ਆਪਾਂ ਇਹੀ ਦੱਸਦੇ ਹਾਂ ਜੋ ਕੁਝ ਸਿੱਖਿਆ ਹੈਗਾ ਇਹਦੇ ਵਿੱਚੋਂ, ਤਾਂ ਆਪਣਾ ਇੱਕ ਨਾਰਮਲ ਫੀਡ ਦਾ ਇੱਕ ਫਾਰਮੂਲਾ ਹੈਗਾ, ਜਿਹਦੇ ਵਿੱਚ ਆਪਾਂ ਗ੍ਰੇਨ ਲੈਂਦੇ ਹੈਗੇ ਥੋੜੇ, ਠੀਕ ਹੈ, ਮਾਤਰਾ ਦੇ ਵਿੱਚ 50%, 20% ਉਹ 'ਚ ਖਲ ਵਗੈਰਾ ਯੂਜ਼ ਕਰਦੇ ਹੈਗੇ, ਤੇ ਇਹਦੇ ਵਿੱਚ ਚੋਕਰ ਜਾਂ ਚਨੇ ਦਾ ਛਿਲਕਾ, ਮਿਨਰਲ ਮਿਕਸਚਰ ਪਾਊਡਰ ਵਗੈਰਾ, ਇਹ ਪਾ ਕੇ ਇੱਕ ਕੰਬਾਈਨ ਆਪਾਂ ਫੀਡ ਤਿਆਰ ਕਰਕੇ ਇਹਨਾਂ ਨੂੰ ਪਾਉਂਦੇ ਹੈਗੇ ਖੁਰਾਕ ਦੇ ਵਿੱਚ। ਸੁੱਕਾ ਚਾਰਾ, ਹਰਾ ਚਾਰਾ ਤੇ ਦਾਣਾ, ਇਹਨਾਂ ਨੂੰ ਜੇ ਆਪਾਂ ਸਟਾਲ ਫੀਡਿੰਗ ਤੇ ਰੱਖਣਾ ਹੈ। ਤੇ ਹੁਣ ਅਸੀਂ ਨਾਲ ਇਹ ਵੀ ਕੀਤਾ ਪਿਛਲੇ ਸਾਲ ਤੋਂ ਕਿ ਸਟਾਲ ਫੀਡਿੰਗ ਦੇ ਨਾਲ ਅਸੀਂ ਗਰੇਜਿੰਗ ਵੀ ਕਰਵਾ ਰਹੇ ਹਾਂ ਜਾਨਵਰਾਂ ਦੀ। ਇੱਕ ਤਾਂ ਚਾਰਨ ਲਈ ਵੀ ਭੇਜ ਰਹੇ ਹਾਂ ਕਿ 2-4 ਘੰਟੇ ਲਈ ਬਾਹਰ, ਇਹਦੇ ਨਾਲ ਇੱਕ ਤਾਂ ਪਸ਼ੂਆਂ ਦੀ ਐਕਸਰਸਾਈਜ਼ ਹੋ ਜਾਂਦੀ ਹੈ ਤੇ ਸਿਹਤ ਵੀ ਵਧੀਆ ਬਣੀ ਰਹਿੰਦੀ ਹੈ। ਹੁਣ ਜਿਵੇਂ ਸਾਡੀ ਵੈਲਟ ਇੱਧਰ ਹਰਿਆਣੇ ਵਾਲੀ ਹੈ, ਸਿਰਸਾ ਜ਼ਿਲ੍ਹਾ, ਤਾਂ ਇੱਥੇ ਕਾਟਨ ਦੀ ਬਹੁਤ ਬਿਜਾਈ ਹੁੰਦੀ ਹੈ, ਕਾਟਨ ਤੇ ਗੁਆਰਾ। ਹੁਣ ਜਦੋਂ ਆਪਣੇ ਬਾਣ ਵਿਹਲੇ ਹੋ ਜਾਂਦੇ ਆ ਕਿ ਵੱਢ ਚਰਨ ਨੂੰ ਵਾਧੂ ਹੋ ਜਾਂਦਾ ਹੈ, ਤਾਂ ਆਪਾਂ ਜਦੋਂ ਬਾਹਰ ਭੇਜ ਦਿੰਦੇ ਹਾਂ, ਨਰਮੇ ਦੇ ਵੱਢ ਹੈਗੇ, ਕਣਕ ਦੇ ਵੱਢ ਆ ਜਾਂ ਗੁਆਰੇ ਦੇ ਆ, ਤਾਂ ਉੱਥੇ ਆਪਾਂ ਇਸ ਚੀਜ਼ ਨੂੰ ਬਾਹਰ ਗਰੇਜਿੰਗ ਤੇ ਵੀ, ਫੁੱਲੀ ਗਰੇਜਿੰਗ ਤੇ ਵੀ ਛੱਡ ਕੇ ਆਪਣਾ ਫੀਡ ਦਾ ਖਰਚਾ ਘਟਾ ਸਕਦੇ ਆ। ਮੇਨ ਇਹ ਖੁਰਾਕ ਦੇ ਵਿੱਚ ਇਹੀ ਚੀਜ਼ਾਂ ਖਾਂਦੀ ਹੈ। ਇਹੀ ਚੀਜ਼ਾਂ ਹੁੰਦੀਆਂ ਨੇ। ਉਹ ਖਰਚਾ ਤਾਂ ਰਹਿੰਦਾ ਹੀ ਖੁਰਾਕ ਦਾ ਆਪਣਾ। ਅਗਰ 30 ਰੁਪਏ ਖਰਚਾ ਆ ਰਿਹਾ ਦਿਨ ਦਾ, ਤਾਂ ਉੱਥੇ 10-15 ਰੁਪਏ ਦੇ ਹਾਂਜੀ। ਅੱਛਾ, ਇੱਕ ਚੀਜ਼ ਹੋਰ ਦੱਸੋ, ਬਿਮਾਰੀਆਂ ਹੋਰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਸ਼ੁਰੂਆਤ ਦੇ ਵਿੱਚ? ਹਾਲਾਂਕਿ ਬਾਈ ਸ਼ੁਰੂਆਤ ਦੇ ਵਿੱਚ ਕਿਸ ਤਰ੍ਹਾਂ? ਹਾਂਜੀ, ਬਿਮਾਰੀਆਂ ਦੇਖੋ ਜੀ, ਬੱਕਰੇ ਨੂੰ ਵੈਸੇ ਤਾਂ ਕੋਈ ਬਿਮਾਰੀ ਨਹੀਂ ਲੱਗਦੀ ਦੇਖੀਏ ਤਾਂ ਆਪਾਂ। ਜੇ ਇਹਦੇ 'ਚ ਬੱਕਰੀਆਂ ਦੇ ਵਿੱਚ ਵੈਕਸੀਨ ਹੁੰਦੀ ਹੈ ਜੀ, ਸਭ ਤੋਂ ਵੱਡੀ ਘਾਟ ਕੀ ਆਪਣੇ ਜਿਹੜੇ ਫਾਰਮਰ ਆ ਉਹ ਵੈਕਸੀਨ ਤੇ ਗੌਰ ਨਹੀਂ ਕਰਦੇ, ਜਿਹਦੇ ਨਾਲ ਕਿ ਉਹਨਾਂ ਹਰ ਸਾਲ ਉਹਨਾਂ ਜਾਨਵਰਾਂ ਦਾ ਨੁਕਸਾਨ ਹੁੰਦਾ। ਹੁਣ ਸਾਡੇ ਕੋਲ ਹੁਣ ਕੀ ਚੱਕਰ, ਹੁਣ ਜਿਵੇਂ ਇਸ ਤੋਂ ਬਾਅਦ ਆਪਾਂ ਦੱਸ ਕੇ ਟਿਆ ਵੀ ਕਾਟਨ ਬੈਲਟ ਹੈ ਜੀ, ਇੱਧਰੋਂ ਨਰਮੇ ਵਗੈਰਾ ਦੇ ਵੱਢ ਵਿਹਲੇ ਹੋਣਗੇ ਤੇ ਲੋਕ ਬੱਕਰੀਆਂ ਚਾਰਨਗੇ ਨਰਮੇ ਦੇ ਵਿੱਚ, ਤਾਂ ਓਬਵੀਅਸਲੀ ਗੱਲ ਉੱਥੇ ਕੀ ਹੈ, ਬੱਕਰੀਆਂ ਦਾ ਡਾਈਟ ਪਲਾਨ ਆਪਾਂ ਇੱਕਦਮ ਚੇਂਜ ਕਰਤਾ ਉਹਨੂੰ, ਤਾਂ ਉਹਦੇ ਨਾਲ ਕੀ ਹੈ, ਇਹਨੂੰ ਇੱਕ ਈਟੀ ਦੀ ਪ੍ਰੋਬਲਮ ਆਉਂਦੀ ਹੈ, ਇੰਟੈਰੋਟੌਕਸੀਮੀਆ ਬੋਲਦੇ ਬਿਮਾਰੀ, ਇਹ 'ਚ ਅੰਤਾਂ ਦਾ ਜ਼ਹਿਰ ਪੈਦਾ ਹੋ ਜਾਣਾ ਵੀ ਇੱਕਦਮ ਬੱਕਰੀ ਦਾ ਆਪਾਂ ਫੂਡ ਚੇਂਜ ਕਰਤਾ, ਤਾਂ ਉਹਦੀ ਵੈਕਸੀਨ ਹੁੰਦੀ ਆ। ਉਹਦੇ ਨਾਲ ਸਭ ਤੋਂ ਵੱਧ ਫਾਰਮਾਂ ਦੀਆਂ ਬੱਕਰੀਆਂ ਵੀ, ਮੈਂ ਕਹਿੰਦਾ ਪੰਜਾਬ, ਹਰਿਆਣਾ, ਆਲ ਓਵਰ ਇੰਡੀਆ ਦੇਖੀ ਆਪਾਂ ਜੇ, ਸਭ ਤੋਂ ਜ਼ਿਆਦਾ ਬੱਕਰੀ ਈਟੀ ਬਿਮਾਰੀ ਨਾਲ ਲੜਦੀ। ਸਭ ਤੋਂ ਭਿਆਨਕ ਰੋਗ ਆ ਬੱਕਰੀ 'ਚ ਇਹਦੇ ਨਾਲ, ਇਹ ਬਿਮਾਰੀ ਨਾਲ ਬੱਕਰੀ ਤੁਹਾਡੀ 4-5 ਮਿੰਟਾਂ ਦੇ ਵਿੱਚ ਹੀ ਖਤਮ ਹੋ ਜਾਂਦੀ ਹੈ। ਇਹਦਾ ਕੋਈ ਇਲਾਜ ਨਹੀਂ ਹੈਗਾ, ਇਹਦੀ ਵੈਕਸੀਨ ਹੀ ਇਹਦਾ ਇੱਕ ਇਲਾਜ ਹੈ। ਵੈਕਸੀਨ ਈਟੀ ਲੱਗਦੀ ਹੈ, PPR ਲੱਗਦੀ ਹੈ, FMD ਲੱਗਦੀ ਹੈ, ਔਰ ਗੌਟ ਪੌਕਸ ਲੱਗਦੀ ਹੈ। ਜਿਵੇਂ ਲੰਪੀ ਸਕਿਨ ਆਈ ਸੀ ਉਹਨੂੰ ਗਾਵਾਂ ਨੂੰ ਗੌਟ ਪੌਕਸ ਦੀ ਵੈਕਸੀਨ ਲੱਗੀ ਸੀ, ਉਵੇਂ ਬੱਕਰੀਆਂ 'ਚ ਵੀ ਗੌਟ ਪੌਕਸ ਦੀ ਵੈਕਸੀਨ ਲੱਗਦੀ ਹੈ। ਤੇ ਇਹ ਚੀਜ਼ਾਂ 3-4 ਵੈਕਸੀਨ ਦੇ ਅਗਰ ਕੋਈ ਫਾਰਮਰ ਗੌਰ ਕਰ ਲੂਗਾ ਜੀ, ਤੇ ਬੱਕਰੀ ਨੂੰ ਕੁਛ ਨਹੀਂ ਹੁੰਦਾ, ਇਹਦੀ ਕੋਈ ਪ੍ਰੋਬਲਮ ਨਹੀਂ ਇਹਨੂੰ। ਬਾਕੀ ਨੋਰਮਲ ਬੁਖਾਰ ਵਗੈਰਾ ਬੱਕਰੀ ਨੂੰ ਆਉਂਦਾ ਹੀ ਰਹਿਣਾ, ਉਹਦੇ ਟ੍ਰੀਟਮੈਂਟ ਹੁੰਦੇ, ਇੰਜੈਕਸ਼ਨ ਹੁੰਦੇ ਸਾਰੇ, ਉਹ ਲੱਗਦੇ ਰਹਿੰਦੇ ਆ ਜੀ।
ਅੱਛਾ, ਇੱਕ ਚੀਜ਼ ਹੋਰ ਦੱਸੋ, ਜਿਵੇਂ ਹੁਣ ਕੋਈ ਨੌਜਵਾਨ ਹੈ ਉਹ ਪੜ੍ਹਾਈ ਦੇ ਨਾਲ ਜੇਕਰ ਚਾਹੇ ਵੀ ਮੈਂ ਛੋਟੇ ਪੱਧਰ ਤੇ ਮੈਂ ਕਿੱਤਾ ਕਰਨਾ ਕਰ ਸਕਦਾ? ਬਿਲਕੁਲ ਕਰ ਸਕਦਾ ਜੀ। ਮੈਂ ਕਹਿੰਦਾ ਵੀ ਮੈਂ ਬਹੁਤ ਵਧੀਆ ਕੰਮ ਹੈ ਵੀ ਅਸੀਂ ਕਹਿੰਦੇ ਆ ਵੀ ਗਾਈਡੈਂਸ ਨਾਲ ਬੰਦਾ ਅਗਰ ਕਿਸੇ ਨੂੰ ਨਾਲ ਲੈ ਕੇ ਚੱਲੂਗਾ ਵਧੀਆ ਤਰੀਕੇ ਨਾਲ, ਟ੍ਰੇਨਿੰਗ ਇਹ ਨਹੀਂ ਕਹਿੰਦੇ ਵੀ ਟ੍ਰੇਨਿੰਗ ਦੇਖੋ ਹੁਣ ਸਾਡੇ ਫਾਰਮ ਦੀ ਟ੍ਰੇਨਿੰਗ ਦਾ ਅਸੀਂ ਆਪਾਂ ਖੁਦ ਟ੍ਰੇਨਿੰਗ ਕਰਾਉਣੇ ਅਸੀਂ ਤਾਂ ਸਾਡਾ ਟ੍ਰੇਨਿੰਗ ਦਾ ਸਾਡੇ ਕੀ ਆ 3 ਦਿਨਾਂ ਦਾ ਸਾਡਾ ਬੈਚ ਹੁੰਦਾ ਹੈਗਾ ਤੇ ਅਸੀਂ 9 ਬੈਚ ਤੋਂ ਪਹਿਲਾਂ ਕਰਿਆ 10ਵਾਂ ਬੈਚ ਸਾਡਾ ਹੋ ਰਿਹਾ ਆਪਣੇ 16 17 18 ਸਤੰਬਰ ਨੂੰ ਹੋ ਰਿਹਾ ਹੈਗਾ ਤੇ ਟ੍ਰੇਨਿੰਗ ਹੋਰ ਵੀ ਬਹੁਤ ਸਾਰੇ ਕਰਵਾ ਰਹੇ ਇੰਸਟੀਚਿਊਟ ਸਰਕਾਰੀ ਤੋਂ ਕਰੋ CIRG ਮਥੁਰਾ ਤੁਸੀਂ ਕਰ ਸਕਦੇ ਹੋ ਟ੍ਰੇਨਿੰਗ ਠੀਕ ਹੈ। ਅਗਰ ਜਿਹੜਾ ਬੰਦਾ ਦੂਰ ਨਹੀਂ ਜਾਣਾ ਤਾਂ ਸਾਥੋਂ ਕਰ ਸਕਦਾ ਕਿਉਂਕਿ ਸਾਡਾ ਵੀ ਸਰਕਾਰੀ ਸਰਟੀਫਿਕੇਟ ਸਾਨੂੰ ਮਾਨਤਾ ਮਿਲੀ ਹੋਈ ਹੈ, ਅਸੀਂ ਵੀ ਗਵਰਨਮੈਂਟ ਸਰਟੀਫਿਕੇਟ ਦਿੰਦੇ ਹਾਂ ਟ੍ਰੇਨਿੰਗ ਦਾ ਫਾਰਮਰ ਜਿਹੜਾ ਟ੍ਰੇਨ ਕਰਕੇ ਆਉਂਦਾ 3 ਦਿਨ ਸਾਰਾ ਉੱਥੇ ਨਾ ਰੋਕਣ ਦੀ ਵਿਵਸਥਾ ਫਾਰਮਰ ਦੀ ਇੱਥੇ ਕੀਤੀ ਜਾਂਦੀ ਹੈ, ਉਹਨਾਂ ਦਾ ਖਾਣ ਪੀਣ ਦਾ ਸਾਰਾ ਜਿਹੜੇ ਦੂਰ ਤੋਂ ਆਉਂਦੇ ਅਪ ਡਾਊਨ ਨਹੀਂ ਕਰ ਸਕਦੇ ਤਾਂ ਸਾਰੀ ਵਿਵਸਥਾ ਅਸੀਂ ਇੱਥੇ ਪ੍ਰੋਵਾਈਡ ਕਰਾਉਂਦੇ ਹਾਂ ਫਾਰਮਰ ਨੂੰ। ਉੱਥੇ ਕੀ ਸਾਡਾ ਜਿਹੜਾ 5.5 ਸਾਲ ਸਾਡਾ ਐਕਸਪੀਰੀਅੰਸ ਹੈ ਅਸੀਂ ਫਾਰਮਰ ਨਾਲ ਉਹ ਸ਼ੇਅਰ ਕਰਾਂਗੇ ਜੀ ਆਪਦੇ ਤਰੀਕੇ ਨਾਲ ਸਿੰਪਲ ਭਾਸ਼ਾ ਦੇ ਵਿੱਚ, ਉਹ ਸਮਝ ਜ਼ਿਆਦਾ ਆਉਂਦਾ ਬੰਦੇ ਦੇ ਇਹ ਚੀਜ਼ ਹੈ। ਇਹ ਚੀਜ਼ਾਂ ਵੀ ਤੁਸੀਂ ਇੱਥੇ ਰੱਖ ਕੇ ਟ੍ਰੇਨਿੰਗ ਕਰਾਉਣੀ 3 ਦਿਨਾਂ ਦੇ ਵਿੱਚ? ਬਿਲਕੁਲ ਬਿਲਕੁਲ ਜੀ, ਇੱਥੇ ਸਾਰੇ ਸਾਡੇ ਕੋਲ ਫਸਟ ਕਲਾਸ ਰਹਿਣ ਦੀ ਸੁਵਿਧਾ ਹੈਗੀ, AC ਰੂਮਸ ਸਾਰੇ ਔਰ ਸਾਰਾ ਫਸਟ ਕਲਾਸ ਖਾਣ ਪੀਣ ਦੀ ਸੁਵਿਧਾ, ਫਸਟ ਕਲਾਸ ਟ੍ਰੇਨਿੰਗ ਪ੍ਰੈਕਟੀਕਲ ਟ੍ਰੇਨਿੰਗ ਅਸੀਂ ਇੱਥੇ ਕਰਾਉਣੇ ਆ ਖੁਦ। ਇੱਥੇ ਫਾਰਮ ਦੇ ਉੱਪਰ ਹੀ ਫਾਰਮਰ ਨੂੰ ਕਿਵੇਂ ਬੱਕਰੀ ਨੂੰ ਆਪਾਂ ਚਾਰਾ ਡਾਲਣਾ ਹੈ ਠੀਕ ਹੈ, ਕਿਵੇਂ ਆਪਾਂ ਇਹਦੇ ਇੰਜੈਕਸ਼ਨ ਲਾਉਣਾ ਹੈ, ਕਿਹੜੇ ਟ੍ਰੀਟਮੈਂਟ ਨਾਲ ਆਪਾਂ ਇਹਦਾ ਇਲਾਜ ਕਰਨਾ, ਬੁਖਾਰ ਆਉਂਦਾ ਇਹਨੂੰ ਵੈਕਸੀਨ ਕਿਹੜੀ ਤੇ ਕਦੋਂ ਲਾਉਣੀ ਆਪਾਂ ਕਿਵੇਂ ਲਾ ਸਕਦੇ ਹਾਂ, ਇਹ ਬੇਸਿਕ ਕਰਾਉਂਦੇ। ਅਗਰ ਫਾਰਮ ਇਹਨੇ ਗੱਲਾਂ ਧਿਆਨ ਦੇ ਕੇ ਤਾਂ ਬੱਕਰੀ ਫਾਰਮ 'ਚ ਆਪਾਂ ਕਦੇ ਫੇਲ ਨਹੀਂ ਹੋ ਸਕਦੇ ਅਗਰ ਆਪਾਂ ਅੰਦਰੋਂ ਮੋਟੀਵੇਟ ਹੈਗੇ ਤਾਂ ਵੱਡੀ ਗੱਲ ਹਾਂ। ਜੇ ਆਪਾਂ ਲੋਕਾਂ ਦੀਆਂ ਸੁਣ ਲੱਗੇ ਨੇ ਨਾ ਵੀ ਕਰ ਦੋ ਕੰਮ ਬੰਦ ਨਹੀਂ ਫਾਇਦਾ ਇਹ 'ਚ ਫਟਾਫਟ ਹੋ ਗਿਆ, ਸਾਨੂੰ ਲੋਸ ਵੀ ਹੋਇਆ ਕੋਈ ਇਹ ਨਹੀਂ ਸੀਗਾ ਅਸੀਂ ਸ਼ੁਰੂ 'ਚ ਬਹੁਤ ਸਾਰਾ ਤੇ ਪਰ ਸਾਨੂੰ ਐ ਸਾਡੇ ਕੋਈ ਫੈਮਿਲੀ ਨੇ ਅਸੀਂ ਡੋਲਦੇ ਸੀਗੇ ਸਾਨੂੰ ਪਰਿਵਾਰ ਕਹਿੰਦੇ ਕਰਨਾ ਕਾਮਯਾਬ ਇਹ 'ਚ ਹੀ ਹੋ ਕੇ ਦਿਖਾਉਣਾ ਹੋਰ ਨਹੀਂ ਕਿਸ 'ਚ ਹੋਣਾ। ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਫੈਮਿਲੀ ਦੀ ਸਭ ਤੋਂ ਵਧੀਆ ਸਪੋਰਟ ਰਹੀ ਹੈ। ਆਪ ਡੋਲ ਜਾਂਦੇ ਸੀ ਵੀ ਯਾਰ ਬੰਦ ਕਰ ਦਈਏ ਸੀਗਾ ਹਾਂਜੀ ਵੀ ਕੀ ਹੋ ਗਿਆ ਵੀ ਯਾਰ ਪਤਾ ਨਹੀਂ ਚੱਲੂਗੇ ਨਾ ਵੀ ਕਿਵੇਂ ਕੁਛ ਹੈ ਜਦੋਂ ਬੱਚੇ ਮਰਨ ਲੱਗ ਗਏ ਹੈ ਨਾ ਵੀ ਕਦੇ 2 ਮਰ ਗਏ ਕਦੇ 4 ਮਰ ਗਏ ਦਿਨ ਦੇ ਵਿੱਚ ਇਸ ਤਰੀਕੇ ਨਾਲ ਬਹੁਤ ਲੋਸ ਹੋਇਆ ਪਰ ਫਿਰ ਵੀ ਚਲੋ ਪਿੱਛੋਂ ਸਪੋਰਟ ਮਿਲਦੀ ਰਹੀ ਤਾਂ ਉਹਦੇ ਨਾਲ ਬੈਟਰੀ ਥੋੜੀ ਚਾਰਜ ਹੋਈ ਸੀਗੀ ਫਿਰ ਵੀ ਚਲੋ ਕੋਈ ਨਹੀਂ ਕਰ ਲੈਣੇ ਆ ਦੇਖਦੇ ਕਰਕੇ ਫਿਰ ਹੌਲੀ ਹੌਲੀ ਸੈੱਟ ਹੋਣ ਲੱਗ ਗਿਆ ਕੰਮ। ਅੱਛਾ ਜੇ ਫਿਰ ਜਿਹਨੇ 10 ਬੱਕਰੀਆਂ ਦੇ ਨਾਲ ਜੇ ਸ਼ੁਰੂ ਕਰਨਾ ਹੈ ਜਿਸ 10 ਦੇ ਨਾਲ ਸ਼ੁਰੂ ਕਰੂਗਾ ਕਿੰਨਾ ਕੁ ਮੁਨਾਫੇ ਦਾ ਸੌਦਾ ਹੈਗਾ ਆ? ਮੁਨਾਫਾ ਦੇਖੋ ਇੱਕ ਬੱਕਰੀ ਆਪਾਂ ਨੂੰ ਜੇ ਅਗਰ ਆਪਾਂ ਉਹਦੇ ਇਕੱਲੇ ਬੱਚੇ ਹੀ ਵੇਚਣੇ ਆ ਠੀਕ ਹੈ ਜੀ ਆਪਾਂ ਟ੍ਰੇਡਿੰਗ ਨਹੀਂ ਕਰਦੇ ਆਪਾਂ ਅੱਗੇ ਬੱਕਰੀਆਂ ਨਹੀਂ ਵੇਚਦੇ ਆਪਾਂ ਉਹਦੇ ਬੱਚੇ ਤਾਂ ਇੱਕ ਬੱਕਰੀ ਆਪਾਂ ਨੂੰ 1 ਸਾਲ ਦਾ 10-15 ਹਜ਼ਾਰ ਰੁਪਏ ਛੱਡ ਜਾਂਦੀ ਸਾਰੇ ਖਰਚੇ ਕੱਢ ਕੇ ਹਾਂਜੀ ਇੱਕ ਬੱਕਰੀ 10 ਕਰਾਂਗੇ ਤਾਂ ਮਤਲਬ ਲੱਖ ਰੁਪਏ ਬਸ ਹਾਂਜੀ ਹਾਂ ਜਿੰਨਾ ਉਹ ਤੁਹਾਡੇ ਸਾਰੇ ਆ ਤੁਸੀਂ ਕਿੰਨੀਆਂ ਬੱਕਰੀਆਂ 100 ਸੰਭਾਲ ਲਓ ਹੌਲੀ ਹੌਲੀ ਵਧਾ ਕੇ 100 ਤੇ ਲੈ ਜਾਓ 2 ਸਾਲ ਦੇ ਵਿੱਚ ਵਧਾ ਲਓ ਜਾਂ 3 ਸਾਲ ਦੇ ਵਿੱਚ ਵਧਾ ਲਓ ਜਿੰਨੀ ਜ਼ਿਆਦਾ ਬੱਕਰੀ ਹੋਊਗੀ ਉਨੀ ਪ੍ਰੋਫਿਟ ਉਹ ਤਾਂ ਹੋਣੀ ਹੋਣਾ ਬਸ ਸਹੀ ਗੱਲ ਹੈ ਜੀ ਆਪਣੇ ਕੋਲੇ। ਅੱਛਾ ਇੱਕ ਗੱਲ ਹੋਰ ਦੱਸੋ ਹੁਣ ਜਿਵੇਂ ਤੁਸੀਂ ਕਿਹਾ ਵੀ ਕਦੇ ਕਦੇ ਡੋਲ ਜਾਂਦੇ ਸੀ ਬਾਈ ਕੀ ਕੀਤਾ ਹੋ ਤੁਸੀਂ? ਹਾਂਜੀ MSc ਕੀਤੀ ਆ? MSc ਐਗਰੀਕਲਚਰ ਮੈਂ ਜੀ ਗ੍ਰੈਜੂਏਸ਼ਨ ਦੇ ਨਾਲ ਮੈਂ ਕੰਪਿਊਟਰ ਸੌਫਟਵੇਅਰ ਦਾ ਕੀਤਾ ਵੈਬਸਾਈਟ ਡਿਜ਼ਾਈਨਿੰਗ ਦਾ। ਅੱਛਾ ਤੇ ਫਿਰ ਕਦੇ ਕਦੇ ਆਪ ਨੂੰ ਨਹੀਂ ਲੱਗਦਾ ਸੀ ਫਿਰ ਕਿੱਥੇ ਕੰਪਿਊਟਰ ਤੇ ਇੰਟਰਨੈਟ ਨਾ ਪਤੇ ਇਧਰਲੇ ਪਾਸੇ ਆ ਗਏ? ਨਹੀਂ ਫਿਰ ਕੰਪਿਊਟਰ ਆ ਜਿਹੜਾ ਚਸਕ ਸਾਡਾ ਪੂਰਾ ਹੋ ਗਿਆ ਨਾ ਚੈਨਲ ਬਣਾ ਲਿਆ YouTube ਤੇ ਉਹ ਵੀਡੀਓ ਪਾਉਂਦੇ ਰਹਿੰਦੇ ਅਸੀਂ ਉਹਦੇ ਵੀ ਤਾਂ ਸ਼ੌਂਕ ਜੋ ਉਸਨੇ ਪੂਰਾ ਹੋ ਜਾਂਦਾ ਦੋਨੇ ਪਾਸੇ ਆ ਚਲੋ ਵੀ ਨਾਲੇ ਕੁਛ ਜਿਹਾ ਡਾਲਰ ਆ ਜਾਂਦਾ। ਅੱਛਾ ਨਹੀਂ ਲੱਗਿਆ ਨਹੀਂ ਬਾਈ ਕਦੇ ਜਿਵੇਂ ਬਾਈ ਕਹਿੰਦਾ ਵੀ ਡੋਲ ਦੇ ਕਦੇ ਵਿੱਚ ਦੀ ਡੋਲ ਜੇ ਜਾਂਦੇ ਸੀ ਵੀ ਯਾਰ ਗਲਤ ਕੰਮ ਹੋ ਗਿਆ ਹੁਣ ਤਾਂ ਨਾ ਇਧਰਲੇ ਪਾਸੇ ਦੇ ਨਾ ਇਧਰਲੇ ਪਾਸੇ ਦੇ? ਹਾਂਜੀ ਕੇਰਾਂ ਲੱਗਦਾ ਸੀਗਾ ਬਾਕੀ ਫੈਮਿਲੀ ਦੀ ਸਪੋਰਟ ਸੀਗੀ ਤੇ ਆਪ ਨੂੰ ਵੀ ਲੱਗਦਾ ਸੀ ਵੀ ਆਪਣੇ ਕੋਲੇ ਹੋਰ ਤਾਂ ਕੋਈ ਆਪਸ਼ਨ ਹੈ ਨਹੀਂਗਾ ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਹੁਣ ਜਿਵੇਂ ਮੈਂ MSc ਕਰਕੇ ਮੇਰੇ ਨਾਲ ਦੇ ਬਹੁਤ ਮੁੰਡੇ ਕੀ ਹੈ ਪ੍ਰਾਈਵੇਟ ਕੋਈ ਪੈਸਟੀਸਾਈਡ ਇਨਸੈਕਟੀਸਾਈਡ ਕੰਪਨੀਆਂ ਦੇ ਵਿੱਚ ਲੱਗੇ ਆ ਕੰਮ ਕਰਦੇ ਸੀਗੇ ਪਰ ਉਹਨਾਂ ਨੂੰ ਆਪਦਾ ਪੂਰਾ ਟਾਈਮ ਦੇਣਾ ਪੈਂਦਾ ਸੀਗਾ ਵੱਜਮਾਨ ਕਿਸੇ ਦੇ ਅੰਡਰ ਸੀਗੇ ਤੇ ਉਹ ਮਤਲਬ ਉਹਦੇ ਵਿੱਚ ਕੀ ਆ ਪ੍ਰਾਈਵੇਟ ਸੈਕਟਰ ਆ ਚਾਹੇ ਸਰਕਾਰੀ ਹੈ ਤਾਂ ਉਹ ਜ਼ਰੂਰੀ ਹੁੰਦਾ ਕਿ ਉਹਨਾਂ ਨੂੰ ਜਾਣਾ ਹੀ ਪਊਗਾ ਠੀਕ ਹੈ ਕਦੇ ਛੁੱਟੀ ਨਹੀਂ ਮਾਰ ਸਕਦੇ ਸੀਗੇ। ਇੱਥੇ ਆਪ ਦਾ ਕੰਮ ਸੀਗਾ ਚਲੋ ਐਂ ਸੀਗਾ ਵੀ ਇੱਕ ਵਾਰ ਆਪਾਂ ਫੇਲ ਹੁੰਦੇ ਆ 2 ਵਾਰ ਹੁੰਦੇ ਆ ਤਾਂ ਕਦੇ ਨਾ ਕਦੇ ਤਾਂ ਕਾਮਯਾਬ ਹੋਵਾਂਗੇ ਠੀਕ ਹੈ ਡਿੱਗ ਡਿੱਗ ਕੇ ਹੌਲੀ ਹੌਲੀ ਕੀ ਆ ਮਤਲਬ ਆਪਾਂ ਸਵਾਰ ਹੋ ਗਏ। ਅੱਛਾ ਵਿੱਚ ਬਾਈ ਜਿਵੇਂ ਹੁਣ ਫਾਰਮ ਖੋਲਿਆ ਵਿੱਚ ਪੂਰਾ ਦਿਨ ਦੇਣਾ ਪੈਂਦਾਗਾ ਜਾਂ ਕੋਈ ਕੁਛ ਦੇਖੋ ਸਟਾਰਟਿੰਗ 'ਚ ਇਹ ਸੀਗਾ ਵੀ ਦੇਖੋ ਕਈ ਫਾਰਮਰ ਆਪਣਾ ਕੀ ਮੈਂਟੈਲਿਟੀ ਹੁੰਦੀ ਨੇ ਸੋਚ ਆਪਣੀ ਕੀ ਹੁੰਦੀ ਹੈ ਉਹਦੇ ਵਿੱਚ ਵੀ ਆਪਾਂ ਸ਼ੁਰੂ ਤੋਂ ਹੀ ਲੇਬਰ ਦੇ ਆਦੀ ਹੋ ਜਾਂਦੇ ਆ ਕਿਸੇ ਵੀ ਕੰਮ ਦੇ ਵਿੱਚ। ਹੁਣ ਸਾਡੇ ਕੋਲ ਫਾਰਮ ਆਉਂਦੇ ਆ ਵੀ ਸਾਡੇ ਕੋਲ ਆਏ ਜੀ 20 ਲੱਖ ਰੁਪਇਆ ਪਿਆ ਜੀ ਬੰਦੇ 2 ਲਿਆ ਕੇ ਭਈਏ ਛੱਡ ਦੇਣਗੇ ਕਰੀ ਜਾਣਗੇ ਜੀ ਆਪੇ ਉਹ ਕਰਨ ਕਰਾਉਣਾ ਕਾਹਨੂੰ ਗੱਲਾਂ ਹੀ ਹੁੰਦੀਆਂ ਗੱਲਾਂ ਕੋਈ ਨਹੀਂ ਕਰਦਾ ਜੀ ਹੈ ਨਾ ਆਪ ਤੋਂ ਬਿਨਾਂ ਆਪਦੇ ਬਿਨਾਂ ਸਵਰਗ ਹੈ ਨਹੀਂ ਕਹਿੰਦੇ ਹੁੰਦੇ ਨਾ ਵੀ ਉੱਥੇ ਕੀ ਹੈ ਸਿਸਟਮ ਅਸੀਂ ਖੁਦ 2 ਸਾਲ ਸਿੱਖਿਆ ਜੀ ਤੇ ਜਿਹੜੇ ਸਾਡੇ ਨਾਲ ਹੁਣ ਕੰਮ ਕਰ ਰਹੇ ਸਾਡੇ ਵੀਰ ਭਾਈ ਆ ਕੰਮ ਕਰ 2 ਜਾਂਦੇ ਮੁੰਡੇ ਵਾਲੇ ਇਹਨਾਂ ਨੂੰ ਵੀ ਅੱਜ ਇੰਜੈਕਸ਼ਨ ਲਾਉਣੇ ਦੇ ਬੱਕਰੀਆਂ ਦੇ ਅਗਰ ਅਸੀਂ ਬਾਹਰ ਆ ਤਾਂ ਇਹਨੂੰ ਫੋਨ ਤੇ ਦੱਸ ਦਿੰਦੇ ਵੀ ਆਹ ਮੈਡੀਸਿਨ ਚੱਕ ਕੇ ਆਹ ਲਾ ਦਿਓ ਸਾਨੂੰ ਫੋਟੋ ਭੇਜ ਦਿਓ WhatsApp ਦੇ ਇੰਨੇ ml ਭਰ ਕੇ ਆਹ ਟੀਕਾ ਲਾ ਦਿਓ ਬਸ ਤੇ ਬੱਕਰੀ ਸਹੀ ਹੋ ਜਾਊਗੀ ਕਿਉਂਕਿ ਅਸੀਂ ਆਪ ਸਿੱਖਿਆ ਜੀ ਫੀਲਡ ਦੇ ਵਿੱਚ 2 ਸਾਲ ਅਸੀਂ ਆਪ 2.5 ਸਾਲ ਅਸੀਂ ਆਪ ਮਿਹਨਤ ਕੀਤੀ ਸਾਨੂੰ ਹਰ ਚੀਜ਼ ਦੀ ਹੁਣ ਇਕੱਲੀ ਮੈਡੀਸਨ ਦੀ ਸਾਨੂੰ ਆਪਦੇ ਦਿਮਾਗ ਦੇ ਵਿੱਚ ਸਾਡੇ ਫਿੱਟ ਹੈ ਵੀ ਕਿਹੜੀ ਬਿਮਾਰੀ ਤੋਂ ਕਿਹੜੀ ਮੈਡੀਸਨ ਆਪਾਂ ਕਿਵੇਂ ਲਾਉਣੀ ਹੈ ਬੱਕਰੀ ਦੀ। ਸ਼ੁਰੂਆਤ ਫਿਰ ਕਿੰਨੀ ਕੁ ਜਿਹੜਾ ਸੀ ਕਿ ਇਨਵੈਸਟਮੈਂਟ ਸੀ?
ਇਹਨੂੰ ਐਸਾ ਸ਼ੁਰੂ 'ਚ ਅਸੀਂ ਲਾਇਆ ਸੀਗਾ ਜੀ, ਮੰਨ ਕੇ ਚਲੋ 8 ਤੋਂ 10 ਕੁ ਲੱਖ ਰੁਪਏ 'ਚ ਅਸੀਂ ਲਾ ਕੇ ਸ਼ੁਰੂ ਕੀਤਾ ਸੀ ਇਹ ਕੰਮ। 3 ਕੁ ਲੱਖ ਰੁਪਏ ਸਾਡੇ ਅੱਜ ਤੋਂ 5 ਸਾਲ ਪਹਿਲਾਂ, ਅੱਜ ਤਾਂ ਹੁਣ ਉਹ 15 ਲੱਖ ਲੱਗੂਗਾ। ਅੱਜ ਤੋਂ 3 ਸਾਲ ਪਹਿਲਾਂ ਮੰਨ ਜਾ 3 ਕੁ ਲੱਖ ਰੁਪਏ ਸਾਡਾ ਸ਼ੈੱਡ ਦੇ ਖਰਚਾ ਆਇਆ ਸੀਗਾ। ਬਾਕੀ ਅਸੀਂ 3 ਕੁ ਲੱਖ ਦੇ ਜਾਨਵਰ ਲੈ ਕੇ ਪਾਏ ਸੀਗੇ ਤੇ ਕੁਛ ਸਾਡਾ ਜਿਹੜਾ ਆਪਣਾ ਫੀਡ ਸਟੋਰ ਬਣਾਇਆ ਸੀਗਾ ਅਸੀਂ, ਸਾਡਾ ਇਹ 'ਤੇ ਖਰਚਾ ਆਇਆ ਸੀਗਾ। ਅੱਛਾ, ਇੱਕ ਚੀਜ਼ ਦੱਸਿਓ, ਉਦੋਂ ਜਿਸ ਵੇਲੇ ਤੁਸੀਂ ਇਹ ਪਾਇਆ ਸੀ ਉਹ ਤਾਂ 8 ਤੋਂ 10 ਲੱਖ ਰੁਪਏ ਬਾਹਰ ਜਾਣ 'ਤੇ ਹੀ ਲੱਗਦਾ ਸੀ? ਹਾਂ ਲੱਗਦਾ ਸੀਗਾ ਜੀ ਬਿਲਕੁਲ। ਤੇ ਉਹ ਉਦੋਂ ਹੀ ਨਹੀਂ ਸੋਚਿਆ ਵੀ 8 ਤੋਂ 10 ਲੱਖ ਉਧਰ ਵੀ ਹੋ ਸਕਦਾ ਸੈੱਟ? ਨਹੀਂ, ਉਦੋਂ ਕੋਈ ਐਵੇਂ ਕਿ ਧਿਆਨ ਨਹੀਂ ਗਿਆ, ਐਵੇਂ ਕਿ ਉਧਰ ਕੋਈ ਇੰਨਾ ਸੋਚਿਆ ਨਹੀਂ ਸੀ ਬਾਹਰ ਬਾਰੇ, ਤਾਂ ਕੋਈ ਸਾਡਾ ਕੋਈ ਪਲਾਨ ਹੈ ਹੀ ਨਹੀਂ ਸੀਗਾ। ਦੇਖੀ ਇੱਥੇ ਹੀ ਕੁਛ ਨਾ ਕੁਛ ਕਰਕੇ ਦੇਖੀਏ ਪਹਿਲਾਂ, ਸਭ ਤੋਂ ਵਧੀਆ ਤਾਂ ਇਹੀ ਰਹੂਗਾ। ਪਰ ਵੀ ਹੁਣ ਸਾਡਾ ਸਿਸਟਮ, ਸਾਡੇ ਦੋਸਤ ਬਾਹਰ ਹੀ ਵਧੀਆ ਸੈੱਟ ਨੇ, ਵਧੀਆ ਖਰ ਹੈਗੇ ਆ। ਅੱਛਾ, ਇੱਕ ਚੀਜ਼ ਦੱਸੋ, ਮੈਂ ਵੀ ਕਿਸੇ ਫਾਰਮ ਦੇ ਨਾਲ ਗੱਲਬਾਤ ਕਰਦੇ ਹੋ, ਕਹਿੰਦੇ ਕਿ ਸ਼ੈੱਡ ਤੇ ਬਹੁਤੇ ਪੈਸੇ ਨਹੀਂ ਲਾਉਣੇ ਚਾਹੀਦੇ ਜੇ ਕਿਸੇ ਨੇ ਸ਼ੁਰੂਆਤ ਕਰਨੀ ਹੈ, ਸਹੀ ਹੈ? ਦੇਖੋ ਮੈਂ ਕਹਿੰਦਾ ਵੀ ਅਸੀਂ ਜੋ ਟ੍ਰੇਨਿੰਗ ਹੁੰਦੀ ਹੈ ਸਾਡੀ, ਅਸੀਂ ਫਾਰਮ ਨੂੰ ਇਹ ਕਹਿੰਦੇ ਕਿ ਤੁਸੀਂ ਸਾਨੂੰ ਕਾਪੀ ਨਹੀਂ ਕਰਨਾ ਹੈਗਾ ਇੱਥੇ। ਤੁਸੀਂ ਸਾਡੀਆਂ ਗੱਲਾਂ, ਸਾਡੀ ਨੌਲੇਜ, ਸਾਰਾ ਤੁਸੀਂ ਸਾਨੂੰ ਉਹ ਕਾਪੀ ਕਰਕੇ ਲੈ ਗਏ। ਤੁਹਾਡਾ ਨਕਸ਼ਾ ਕਾਪੀ ਕਰੋਗੇ ਤਾਂ ਸ਼ੁਰੂ ਹੀ ਤੁਸੀਂ, ਕਈ ਫਾਰਮਰ ਕੀ ਹੁੰਦੇ ਆ, ਹੁਣ ਬਜਟ ਹੁੰਦਾ ਆਪਣਾ 8 ਲੱਖ ਰੁਪਏ ਦਾ ਬਜਟ ਹੈ ਜੀ, ਆਪਾਂ 5 ਲੱਖ ਰੁਪਏ ਦਾ ਫਾਰਮ 'ਤੇ ਲਾਤਾ ਤੇ ਪਿੱਛੇ 2 ਲੱਖ ਰੁਪਏ ਰਹੇਗਾ, ਉਹ 'ਚ ਆਪਾਂ ਕੀ ਲਾਵਾਂਗੇ? ਫਿਰ ਉਹ ਕੀ ਕਰਦੇ ਆ ਫਾਰਮਰ, ਉਹ ਘਟੀਆ ਨਸਲ ਦੀਆਂ ਬੱਕਰੀਆਂ ਇਕੱਠਾ ਲੋਟ ਵੀ ਆਇਆ, ਫਾਰਮ ਖਾਲੀ ਜਿਹਾ ਲੱਗੂ ਯਾਰ, ਜੇ ਬੜੀਆਂ ਘੱਟ ਬੱਕਰੀਆਂ ਲੰਘਾਂ ਤਾਂ ਇਕੱਠੀਆਂ ਚੱਕ ਲੈਣਾ 40-50, ਉਹ ਸਸਤੇ ਚੱਕਰ 'ਚ ਫਿਰ ਉਹ ਕਾਟੂ ਮਾਲ ਲਿਆਉਂਦੇ ਸਾਰਾ। ਤੇ ਉਹੀ ਕਹਿੰਦੇ ਕਿ ਸ਼ੈੱਡ ਤੇ ਜ਼ਿਆਦਾ ਪੈਸਾ ਨਹੀਂ ਲਾਉਣਾ ਚਾਹੀਦਾ ਆਪਾਂ ਨੂੰ। ਅਸੀਂ ਵੀ ਹੁਣ ਜੇ ਦੇਖੀਏ, ਅਸੀਂ 2 ਜਾਣੇ ਸੀ ਪਾਰਟਨਰ, ਤਾਂ ਅਸੀਂ ਸਾਨੂੰ 4-4 ਲੱਖ ਰੁਪਏ ਆਇਆ। ਬਿਲਕੁਲ ਠੀਕ ਹੈ, ਤੇ ਉਹ ਇਕੱਲਾ ਬੰਦਾ ਤਾਂ ਹੁਣ ਓਨੀ ਕੁ ਇਨਵੈਸਟਮੈਂਟ ਹੀ ਕਰੂਗਾ ਨਹੀਂ। ਹੁਣ ਬੱਕਰੀਆਂ ਤੁਸੀਂ ਨਸਲ ਤੇ ਵੱਧ ਤੋਂ ਵੱਧ ਕੰਮ ਕਰੋ, ਵੀ ਜਿੰਨਾ ਤੁਸੀਂ ਬਰੀਡ ਆਪਦੇ ਫਾਰਮ 'ਚ ਸੰਭਾਲ ਕੇ ਰੱਖੋਗੇ, ਤੁਸੀਂ ਬੱਕਰੀਆਂ ਦੇ ਪੈਸੇ ਵੱਧ ਲਾ ਦਿਓ। ਫਾਰਮ ਦਾ ਕੀ ਹੈ, ਕਹਿੰਦੇ ਜੀ ਇੱਕ ਦੁਕਾਨ ਤੋਂ ਮਕਾਨ ਬਣਾਇਆ ਜਾ ਸਕਦਾ। ਠੀਕ ਹੈ ਜੀ, ਮਕਾਨ ਤੋਂ ਦੁਕਾਨ ਕਦੇ ਨਹੀਂ ਬਣਦੀ ਹੈਗੀ। ਉਹ ਚੀਜ਼ ਹੈ ਵੀ ਇੱਥੇ ਤੁਸੀਂ ਆਪਦਾ ਫਾਰਮ ਬਾਅਦ 'ਚ ਵਧਾ ਸਕਦੇ ਹੋ, ਤੁਹਾਡੀ ਇਨਕਮ ਆਊਗੀ। ਠੀਕ ਹੈ, ਕਿਹਾ ਤੁਸੀਂ ਚਾਹੇ ਆਪਦਾ, ਪਰ ਥੋੜਾ ਇੰਟਰਸਟ ਹੋਣਾ ਚਾਹੀਦਾ ਹੈਗਾ, ਕਿਉਂਕਿ ਕਈ ਵਾਰੀ ਐਂ ਵੀ ਹੋ ਜਾਂਦਾ, ਗੱਲਾਂ ਦੋਨੇ ਹੋ ਜਾਂਦੀਆਂ ਜੀ। ਜੋ ਬੰਦਾ ਪੈਸਾ ਨਹੀਂ ਲਾਉਂਦਾ ਬਾਹਲਾ ਫਾਰਮ ਤੇ, ਉਹ ਕਹਿੰਦਾ ਛੱਡ ਪਰੇ, ਚੱਲਿਆ ਤਾਂ ਹੈ ਨਹੀਂ, ਬੰਦ ਗਿਆ ਯਾਰ, ਕੀ ਕਰਾਉਣਾ ਹੈ। ਤੇ ਹੁਣ ਇੱਥੇ ਸਾਨੂੰ ਐਸੀ ਵੀ 4-8 ਲੱਖ ਰੁਪਏ ਲਾਇਆ ਯਾਰ, ਘਰਦਿਆਂ ਦਾ ਸਾਨੂੰ ਕੁਛ ਨਾ ਕੁਛ ਤਾਂ ਰਿਕਵਰ ਕਰਕੇ ਦੇਈਏ, ਹੈ ਨਾ। ਤਾਂ ਉਹ ਵੀ ਟੈਨਸ਼ਨ, ਗੱਲਾਂ ਦੋਨੇ ਹੀ ਪਲੱਸ ਪੁਆਇੰਟ ਦੋਨੇ ਹੀ ਹੈ, ਕਿਸੇ ਪਾਸੇ ਲੈ ਜਾਈਏ ਆਪਾਂ। ਇੱਕ ਚੀਜ਼ ਹੋਰ, ਠੱਗੀ ਦੀ ਆਪਾਂ ਗੱਲ ਕਰੀਏ, ਠੱਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਸਾਨ ਭਰਾਵਾਂ ਦੇ ਨਾਲ? ਠੱਗੀ ਦੇਖੋ ਜੀ, ਇਹ 'ਚ ਨਾ ਲੋਕ ਨਾ ਆਪਣੇ ਥੋੜ੍ਹੇ ਜਿਹੇ ਇੱਕ ਭਾਵੁਕ ਹੋ ਜਾਂਦੇ ਆ। ਠੀਕ ਹੈ, ਆਪਾਂ ਨੂੰ ਪਤਾ ਹੈ ਕਿ ਤੁਸੀਂ ਵੀ ਦੇਖਦੇ ਹੋ, ਥੋੜਾ ਸੋਸ਼ਲ ਮੀਡੀਆ ਦੇ ਟੱਚ ਦੇ ਵਿੱਚ ਹੋ ਜੀ, ਕਿ YouTube ਦੇ ਉੱਪਰ ਇੱਕ ਵਿਊ ਲੈਣ ਦੇ ਚੱਕਰ ਦੇ ਵਿੱਚ ਮੈਂ ਕਹਿੰਦਾ ਵੀ 90% ਵੀਡੀਓ ਝੂਠ ਬੋਲਿਆ ਜਾਂਦਾ। ਵੀ ਆਓ ਜੀ ਬੱਕਰੀ ਬੇਗੀ ਜੀ 50,000 ਦੀ, ਬੱਕਰੀ ਬੇਗੀ ਜੀ ਲੱਖ ਰੁਪਏ ਦੀ ਜੀ, ਬੱਕਰੀ 2.5 ਲੱਖ ਦਾ ਬੱਕਰਾ ਜੀ, ਬੱਕਰੇ ਦੇ ਲੱਗ ਗਿਆ 10 ਲੱਖ ਜੀ, ਫਲਾਨਾ ਹੋ ਗਿਆ, ਜੇ ਹੋ ਗਿਆ। ਸੁਣਦੇ ਆ ਬਹੁਤ ਸਾਰੇ ਵੀਡੀਓ ਬਣਾਉਂਦੇ ਆ ਲੋਕ, ਯੂਟਿਊਬਰ ਹੈਗੇ ਆ ਬੈਠੇ ਆਪਣੇ ਤੇ ਪਬਲਿਸਿਟੀ ਚੱਕਰ ਦੇ, ਹੈ ਨਾ। ਉਹ ਕੀ ਆ, ਉਹ ਫਾਰਮਾਂ ਦਾ ਐਕਚੁਅਲੀ ਜਿਹੜੇ ਬੰਦੇ ਕਰਨਾ ਚਾਹੁੰਦੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਆ ਆਪਦੇ ਵਿਊ ਦੇ ਚੱਕਰ ਦੇ ਵਿੱਚ। ਅਸੀਂ ਸਿੱਧੀ ਸਪਸ਼ਟ ਗੱਲ ਕਹਿੰਦੇ ਆ। ਤੇ ਉਹਦੇ ਵਿੱਚ ਕੀ ਆ, ਲੋਕਾਂ ਨੂੰ ਲੱਗਦਾ ਕਿ ਹਾਂ ਯਾਰ YouTube ਤੇ ਬੱਕਰੀ ਐਕਚੁਅਲੀ ਸੌਦਾ ਨਹੀਂ ਹੁੰਦਾ ਜੀ, ਉਹ ਸੈਟਿੰਗ ਹੁੰਦੀ ਆ ਅੰਦਰ। ਵੀ ਆਪਾਂ YouTube ਤੇ ਇੱਕ ਲੋਕਾਂ ਨੂੰ ਦਿਖਾਤਾ 50,000 ਦੀ ਵਿਕੀ, ਅੰਦਰ ਖਾਤੇ ਤਾਂ ਉਹ ਐਂ ਨਹੀਂ ਪਤਾ 50,000 ਦੀ ਤੁਸੀਂ ਸਾਲ ਦੀ ਆਧਾਰ ਤੇ ਖਰੀਦੀ ਹੋਵੇ ਬੱਕਰੀ, ਵੀ ਸਾਲ ਬਾਅਦ ਦੇਣਾ 50,000 ਜੀ, ਹੈ ਨਾ। ਲੋਕਾਂ ਸਾਹਮਣੇ 50,000 ਦੀ ਕੈਸ਼ ਵਿਕੀ, ਉਹ ਚਲੋ ਲੋਕਾਂ ਨੂੰ ਦਿਖਾਤਾ, ਪਰ ਉਹ ਬਹੁਤ ਵੱਡਾ ਇੱਕ ਗੁੰਮਰਾਹ ਕਰਨ ਵਾਲਾ ਕੰਮ ਹੈ। ਉਹਦੇ ਵਿੱਚ ਕੀ ਹੈ ਵੀ ਅਸੀਂ ਕਹਿੰਦੇ ਕਿ ਫਾਰਮ ਨੂੰ ਤੁਸੀਂ 18,000 ਤੋਂ ਲੈ ਕੇ 20-25,000 ਦੇ ਵਿੱਚ ਬੱਕਰੀ ਲਓ, ਇਸ ਤੋਂ ਵੱਧ ਤੁਹਾਨੂੰ ਬੱਕਰੀ ਤੇ ਪੈਸਾ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਸਹੀ ਨਸਲ ਮਿਲ ਜਾਂਦੀ, ਸਹੀ ਨਸਲ ਮਿਲਦੀ ਹੈ ਜੀ, ਵਧੀਆ। ਹਾਂ ਤੁਸੀਂ, ਤੁਹਾਡੇ ਇੱਕ ਚੀਜ਼ ਆ ਕਿ ਫਾਰਮ ਟਿਕਿਆ ਹੁੰਦਾ ਬਰੀਡਰ ਤੇ, ਬਰੀਡਰ ਦੇ ਤੁਸੀਂ ਚਾਹੇ 50,000 ਰੁਪਇਆ ਲਾ ਦਿਓ, ਕੋਈ ਚੱਕਰ ਨਹੀਂ, ਪਰ ਬੱਕਰੀ ਤੁਸੀਂ ਥੋੜੀ 20-25,000 ਦੀ ਲੈ ਲਓਗੇ, ਬੱਚੇ ਉਹ ਵੀ ਬਹੁਤ ਵਧੀਆ, ਦੁੱਧ ਵੀ ਵਧੀਆ ਦੇਊਗੀ, ਬੱਚੇ ਵੀ ਬਹੁਤ ਵਧੀਆ ਦੇਊਗੇ ਤੁਹਾਨੂੰ, ਗੱਲਾਂ ਦੋਨੇ ਹੋ ਜਾਂਦੀਆਂ। ਤੇ ਉਹ ਗੱਲ ਆ, ਹੁਣ ਫਾਰਮ ਨੂੰ YouTube ਦੀ ਵੀਡੀਓ ਦੇਖੀ 50,000 ਦੀ ਜੀ, ਬੰਦਾ ਬੱਕਰੀ ਮੰਡੀ 'ਚ ਲੈਣ ਜਾਂਦਾ ਗਾ, ਹਾਂਜੀ ਬੱਕਰੀ 60,000 ਰੁਪਈਆ ਜੀ ਰੇਟ, ਚਗਲਾ ਕਹਿੰਦਾ ਯਾਰ 50 ਤਾਂ ਆਨਲਾਈਨ ਹੀ ਵਿਕੀ ਸੀ ਯਾਰ ਬੱਕਰੀ, ਹੈ ਨਾ, ਤੇ 10,000 ਘਟਾ ਕੇ ਦੇਖ ਲੈਂਦੇ ਆ। ਉਹ ਅਕਸਰ ਬੱਚੀ ਹੁੰਦੀ ਬੱਕਰੀ ਦੇ 25,000 ਦੀ, ਉਹ 25 ਰੁਪਏ ਪ੍ਰੋਫਿਟ ਹੀ ਕੱਢ ਗਿਆ ਬੱਕਰੀ 'ਚੋਂ। ਹੁਣ ਗਾਂ ਜਿਹੜਾ ਬੰਦਾ ਅੱਜ ਬੱਕਰੀ ਤੇ 50,000 ਰੁਪਇਆ ਲਾ ਰਿਹਾ ਜੀ, ਉਹ ਗਾਂ ਕਿੰਨੇ ਸਾਲਾਂ 'ਚ ਪੂਰਾ ਕਰੂ 50,000 ਰੁਪਇਆ? ਦੇਖੋ ਤੁਸੀਂ, ਵੀ ਜੇ ਆਪਾਂ 20-25,000 ਦੀ ਬੱਕਰੀ ਲੈਣੇ ਆ, ਆਉਣ ਸਾਰ ਆਪਾਂ ਨੂੰ 2 ਬੱਚੇ ਦੇ ਦੂਗੀ, ਚਲ 10,000 ਦੇ ਆਪਣੇ ਕੋਲ ਬੱਚੇ ਆ ਗਏ, ਬੱਕਰੀ ਮਗਰ ਕਿੰਨੇ ਦੀ ਰਹੇਗੀ ਜੀ? 15,000 ਦੀ ਰਹੇਗੀ। ਤਾਂ ਉਹ ਚੀਜ਼ ਹੈ ਵੀ ਆਪਾਂ ਵੀ ਕੋਸ਼ਿਸ਼ ਕਰਨੀ ਕਿ ਜਾਨਵਰ ਆਪਣਾ ਜਿੰਨਾ ਜਲਦੀ ਫ੍ਰੀ ਹੁੰਦਾ, ਵੀ ਪ੍ਰੋਡਕਸ਼ਨ ਲੈ ਕੇ ਜਾਨਵਰ ਫ੍ਰੀ ਕਰਦੀ ਹੈ ਆਪਣਾ। ਵੱਡੀ ਗੱਲ ਵੀ ਆਪਾਂ ਨੂੰ ਇਹ ਪਤਾ ਹੋਵੇ ਵੀ ਨਸਲ ਦੀ, ਜਿਵੇਂ ਤੁਸੀਂ ਕਿਹਾ ਵੀ ਨਸਲ ਸਮਝਣ ਚਾਹੀਦੀ ਹੈ, ਹਨਾ, ਕਿ ਭਾਈ ਸਮਝ, ਹਾਂ ਟ੍ਰੇਨਿੰਗ ਵੀ ਸਮਝ ਚਾਹੀਦੀ। ਛੋਟੇ ਬੰਦੇ ਨੂੰ ਸਮਝ ਆ ਜਾਂਦੀਆਂ ਨੇ ਵੀ ਇੱਥੇ ਆਪਾਂ ਮਾਰ ਨਹੀਂ ਖਾਣੀ ਕਦੇ ਵੀ, ਆ ਕੇ ਇੱਥੋਂ ਬੰਦਾ ਪਰਫੈਕਟ ਹੋ ਜਾਂਦਾ। ਕਿਉਂਕਿ ਜੇ ਪਹਿਲੀ ਵੱਧ ਲੱਗ ਪਹਿਲੀ 2 ਬੱਕਰੀਆਂ ਜੋ ਕਿ ਪਹਿਲੀ ਬਸ, ਕਿਉਂਕਿ ਉਹ ਜ਼ਿਆਦਾ ਫਾਰਮ ਬੰਦ ਹੋਣ ਦੇ ਕਾਰਨ ਹੀ ਇਹ ਸਾਡੇ ਇੰਡੀਆ ਦੇ ਵਿੱਚ ਸਾਨੂੰ 6.5 ਸਾਲ ਹੋ ਗਏ, ਸਾਨੂੰ ਬਹੁਤ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਆਉਂਦੀਆਂ, ਬਹੁਤ ਸਾਰੇ ਕਾਲਾਂ ਆਉਂਦੀਆਂ। ਠੀਕ ਹੈ ਜੀ, ਬੱਚੇ ਸਾਨੂੰ ਆਏ ਦਿੱਤੇ, ਸਾਨੂੰ ਬੱਚੇ ਮਾਰ ਦਿੱਤੇ, ਸਾਨੂੰ ਬੱਚਿਆਂ ਨੂੰ ਦਸਤ ਲੱਗੇ ਪਏ ਜੀ। ਹੁਣ ਆਏ ਹੁਣ ਬੱਚਾ ਖਰੀਦਣ ਦਾ ਇੱਕ ਆਈਡੀਆ ਹੁੰਦਾ ਜੀ, ਬੱਚਾ ਆਪਾਂ ਕਿੰਨੀ ਏਜ ਦਾ ਖਰੀਦਣਾ ਚਾਹੀਦਾ ਆਪਾਂ ਨੂੰ। ਲੋਕ ਦੁੱਧ ਪੀਂਦੇ ਬੱਚੇ ਚੱਕ ਲਿਆਉਂਦੇ ਆ, ਮਾਂ ਨੂੰ ਬੱਚਾ ਆਪਾਂ ਤੋੜ ਕੇ ਲਿਆਵਾਂਗੇ ਤਾਂ ਅਕਸਰ ਬੱਚਾ ਬਿਮਾਰ ਤਾਂ ਹੋਊਗਾ ਹੀ।
ਤਾਂ ਇਹ ਟ੍ਰਿਕ ਬਹੁਤ ਜ਼ਰੂਰੀ ਹੈ ਸਿੱਖਣੇ। ਤਾਂ ਅਗਲੇ ਮੋਸਟਲੀ ਜ਼ਿਆਦਾਤਰ ਫਾਰਮ ਬੰਦ ਹੋਣ ਦਾ ਵੀ ਕਾਰਨ ਇਹੀ ਹੈਗਾ ਕਿ ਲੋਕ ਸਿੱਖ ਕੇ ਨਹੀਂ ਕਰਦੇ। ਆਪਾਂ ਪੈਸੇ ਵੱਧ ਲਾ ਦਿੰਦੇ ਆ, ਬਾਅਦ 'ਚ ਆਪਣੇ ਤੋਂ ਪੈਸੇ ਰਿਕਵਰ ਨਹੀਂ ਹੁੰਦੇ ਹੈਗੇ ਉਹ, ਫਿਰ ਆਪਾਂ ਪਛਤਾਉਣੇ ਆ ਵੀ ਯਾਰ ਪੈਸੇ ਵੱਧ ਲੱਗ ਗਏ, ਆਪਾਂ ਨੂੰ ਠੱਗ ਲਿਆ, ਲੁੱਟ ਲਿਆ ਯਾਰ, ਹੈ ਨਾ। ਤੇ ਫਿਰ ਉਹ ਬੰਦੇ ਦਾ ਮਨੋਬਲ ਡਿੱਗ ਪਾਉਂਦਾ, ਬਾਅਦ 'ਚ ਫਿਰ ਕੰਮ ਨੂੰ ਨਹੀਂ ਐਕਸੈਪਟ ਕਰ ਸਕਦਾ, ਉਹ ਕਰ ਹੀ ਨਹੀਂ ਸਕਦਾ, ਉਹਨੂੰ ਅਕਸਰ ਕੰਮ ਬੰਦ ਕਰਨਾ ਹੀ ਪਊਗਾ ਜੀ। ਅੱਛਾ, ਇੱਕ ਗੱਲ ਹੋਰ ਦੱਸੋ, ਗੋਡ ਫਾਰਮ ਦੇ ਵਿੱਚ ਸੋਰਸ ਆਫ ਇਨਕਮ ਕੀ ਹੈ ਬਾਈ? ਸੋਰਸ ਆਫ ਇਨਕਮ ਦੇ ਵਿੱਚ ਹੀ 3 ਤਰ੍ਹਾਂ ਦੀ ਹੈ ਜੀ। ਦੇਖੋ ਠੀਕ ਹੈ, ਕੁਝ ਲੋਕ ਹੁਣ ਜਿਵੇਂ ਤੁਹਾਨੂੰ ਦੱਸਿਆ ਦੁੱਧ ਦੇ ਪ੍ਰੋਡਕਟ ਦੇ ਕੰਮ ਕਰ ਰਹੇ ਆ, ਉਹ ਹੁਣ ਹਾਈਸ ਲੈਵਲ ਦਾ ਕੰਮ ਹੈ। ਦੇਖੋ ਆਪਾਂ ਕਹਿੰਦੇ ਵੱਡੀ ਮੈਟਰੋ ਸਿਟੀ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਕੰਮ ਹੈ ਦੁੱਧ ਦਾ ਪ੍ਰੋਡਕਟ ਸੇਲ ਕਰਨਾ, ਹੈ ਨਾ। ਮੇਨ ਇਹਦਾ ਕੰਮ ਹੈ ਪੈਸਾ ਆਪਾਂ ਬਰੀਡ ਤੋਂ ਕਮਾ ਸਕਦੇ ਹਾਂ। ਵੀ ਦੇਖੋ ਬੀਟਲ ਨਸਲ ਦੇ ਵਿੱਚ ਅੱਜ ਦੇ ਟਾਈਮ ਜਿਹੜਾ ਬੰਦਾ ਨਸਲ ਤੇ ਕੰਮ ਕਰ ਗਿਆ ਔਰ ਸਾਂਭ ਗਿਆ, ਆਉਣ ਵਾਲਾ ਟਾਈਮ ਉਹ ਬੰਦੇ ਦਾ ਹੈਗਾ, ਕਿਉਂਕਿ ਇਹ ਨਸਲ ਬਿਲਕੁਲ ਖਤਮ ਹੋਣ ਦੀ ਤਦਾਦ ਤੇ ਹੈ ਬੀਟਲ ਆਪਣੇ ਪੰਜਾਬ ਦੇ ਵਿੱਚੋਂ। ਠੀਕ ਹੈ ਜੀ, ਹੁਣ ਇਸ ਦੇ ਉੱਪਰ ਜਿਹੜਾ ਬੰਦਾ ਕੰਮ ਕਰ ਲੂ, ਨਸਲ ਸਾਂਭ ਕੇ ਰੱਖ ਲੂਗਾ, ਅੱਗੇ ਆਉਣ ਵਾਲੇ ਟਾਈਮ 'ਚੋਂ ਕਿੰਨਾ ਮਰਜ਼ੀ ਪ੍ਰੋਫਿਟ ਇਸ ਕੰਮ ਦੇ ਵਿੱਚੋਂ ਕੱਢ ਸਕਦਾ ਗਾ, ਕਿਉਂਕਿ ਬੱਕਰੀ ਪਾਲਣ ਦਾ ਕਿੱਤਾ ਹੈ ਜਿਹੜਾ ਕਿ ਆਉਣ ਵਾਲੇ ਟਾਈਮ 'ਚ ਬਹੁਤ ਅੱਗੇ ਟੌਪ ਤੇ ਨੇ ਜਾਣਾਗਾ। ਠੀਕ ਹੈ ਜੀ, ਹਾਂ ਜਿਹੜੇ ਕੁਝ ਲੋਕ ਇਹਨੂੰ ਖਰਾਬ ਕਰ ਰਹੇ ਆ ਉਹ ਕਿਤੇ ਨਾ ਕਿਤੇ ਆਪੇ ਪਿੱਛੇ ਹਟ ਕੇ ਇਹਨੂੰ ਬਹਿ ਜਾਣਗੇ, ਅਕਸਰ ਚੱਲਣਗੇ ਉਹੀ ਜਿਹੜੇ ਸੱਚੀ ਨੀਤੀ ਨਾਲ ਚੱਲ ਰਹੇ ਇਹਦੇ ਵਿੱਚ। ਠੀਕ ਹੈ ਜੀ, ਕੰਮ ਨਹੀਂ ਬਿਲਕੁਲ, ਕੰਮ ਤਾਂ ਬਹੁਤ ਹਾਈ ਲੈਵਲ ਦਾ ਕੰਮ ਹੈ। ਕੰਮ ਦੇ ਵਿੱਚ ਤਾਂ ਕਦੇ ਇਹ ਚੀਜ਼ ਦੀ ਡਿਮਾਂਡ ਖਤਮ ਹੋ ਹੀ ਨਹੀਂ ਸਕਦੀ ਹੈਗਾ ਜੀ। ਮੀਟ ਪ੍ਰੋਡਕਟ ਦੇ ਆਪਾਂ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹਾਂ, ਫੋਰਨ ਕੰਟਰੀ ਵਿੱਚ ਚੱਲਦੀ ਹੈ ਜੀ। ਠੀਕ ਹੈ, ਮੀਟ ਪ੍ਰੋਡਕਟ, ਬੱਕਰੇ ਦਾ ਮੀਟ ਤਿਆਰ ਕਰਨਾ, ਉਹ ਸਪੈਸ਼ਲ ਸੇਲ ਜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੁਸੀਂ ਕਿਹੜੇ ਪ੍ਰੋਡਕਟ ਦੇ ਮੀਟ ਤੋਂ ਤਿਆਰ ਕਰਕੇ, ਜਿਹੜੇ ਕਿ ਤੁਹਾਡੇ ਖਰਾਬ ਵੀ 2-2 ਮਹੀਨੇ ਨਹੀਂ ਹੁੰਦੇ, ਉਹਨੂੰ ਪੈਕੇਟ ਸੇਲ ਬੰਦ ਕਰਕੇ, ਗੋਡ ਮੀਟ ਨਗਟਸ ਹੁੰਦੇ ਆ, ਬਿਸਕਿਟਸ ਹੁੰਦੇ ਆ ਮੀਟ ਦੇ, ਤਾਂ ਉਹ ਸਾਰੇ ਤਿਆਰ ਕਰਦੇ, ਟ੍ਰੇਨਿੰਗ ਪ੍ਰੋਪਰ ਮਿਲਦੀ ਹੈ। ਹਾਂ ਕਰੋ, ਉਹਨਾਂ 'ਤੇ ਕੰਮ ਕਰੋ, ਉਸ ਨੂੰ ਫਾਰਮ ਕਰਨ ਦੀ ਲੋੜ ਨਹੀਂ, ਜਾਨਵਰ ਬਾਹਰੋਂ ਖਰੀਦੋ, ਆਪਦਾ ਮੀਟ ਤੇ ਸ਼ੁਰੂ ਪ੍ਰੋਡਕਟ ਦੇ ਕੰਮ ਕਰੋ, ਪਰ ਟ੍ਰੇਨਿੰਗ ਲੈ ਕੇ ਮੇਨ ਜ਼ਰੂਰੀ ਹੈ। ਅੱਛਾ, ਤੁਸੀਂ ਕਿਹੜੇ ਕਰ ਰਹੇ ਹੋ? ਮਿਲਕ ਤੁਸੀਂ ਕਰ ਰਹੇ ਹੋ, ਦੁੱਧ ਦਾ ਤੁਸੀਂ ਕਰ ਰਹੇ ਹੋ? ਨਹੀਂ, ਮਿਲਕ ਤੇ ਸਾਡੇ ਫਾਰਮਰ ਹੈ ਜੀ ਬੰਗਲੌਰ ਦੇ ਵਿੱਚ। ਠੀਕ ਹੈ, ਅਸੀਂ ਉੱਥੇ ਨੂੰ 200 ਬੱਕਰੀ ਇੱਥੇ ਭੇਜੀ ਸੀ ਉਹਨਾਂ ਦੇ ਫਾਰਮ ਦੇ ਵਿੱਚ। ਉਹਨਾਂ ਦਾ ਘੱਟੋ ਘੱਟ 600 ਬੱਕਰੀ ਦਾ ਫਾਰਮ ਹੈ ਤੇ ਉਹਨਾਂ ਦਾ ਪ੍ਰੋਡਕਟ ਬੰਗਲੌਰ ਦੇ ਵਿੱਚ ਸੇਲ ਹੁੰਦਾ ਗਾ। ਬਸਤਾ ਗੋਡ ਫਾਰਮ ਹੈ, ਵਿਸਤਾਰਾ ਗੋਡ ਫਾਰਮ, ਉਹ ਵੈਬਸਾਈਟ ਵੀ ਉਹਨਾਂ ਦੀ ਹੈਗੀ, ਤੁਸੀਂ ਸਰਚ ਕਰ ਸਕਦੇ ਹੋ, ਕੋਈ ਫਾਰਮਰ ਦੇਖਣਾ ਚਾਹੁੰਦਾ ਉਹਦੇ ਪ੍ਰੋਡਕਟ। ਉਹਨਾਂ ਦਾ ਹੁਣ ਕੀ ਹੈ, ਹੁਣ ਦੇਖੋ ਇੱਕ ਕੰਮ ਕਰਨ ਦਾ ਤਰੀਕਾ ਹੁੰਦਾ ਬੰਦੇ ਸੋਚਦਾ, ਹੈ ਨਾ। ਉਹਨਾਂ ਦਾ ਸਿਸਟਮ ਕੀ ਆ, ਉਹ ਕਹਿੰਦੇ ਅਸੀਂ ਇੰਡੀਆ ਨਾਲ ਉਹਦੇ ਪ੍ਰੋਡਕਟ ਨੂੰ ਕੰਪੇਅਰ ਕਰਨਾ ਹੀ ਨਹੀਂ। ਉਹ IT ਸੈਕਟਰ ਦੇ ਬੰਦੇ ਸੀਗੇ, ਜੌਬ ਤੋਂ ਰਿਜ਼ਾਈਨ ਦੇ ਕੇ ਉਹਨੇ ਫਾਰਮ ਸ਼ੁਰੂ ਕੀਤਾ, ਘੱਟੋ ਘੱਟ ਕਰੋੜ ਰੁਪਏ ਉਹਨੇ ਫਾਰਮ ਸੈਟਅਪ 'ਤੇ ਹੀ ਲਾਤਾ, ਚੰਗਾ ਪੈਸਾ ਸੀਗਾ ਕੋਲੇ, ਹੈ ਨਾ। ਉਹ ਕਹਿੰਦੇ ਅਸੀਂ ਇੰਡੀਆ ਦੇ ਪ੍ਰੋਡਕਟ ਨਾਲ ਸਾਡਾ ਕੰਪੈਰੀਜ਼ਨ ਨਹੀਂ, ਸਾਡਾ ਹੈਗਾ ਆਸਟ੍ਰੇਲੀਅਨ ਪ੍ਰੋਡਕਟ ਨਾਲ ਕੰਪੈਰੀਜ਼ਨ। ਹੁਣ ਜਿਹੜੇ ਆਸਟ੍ਰੇਲੀਆ 'ਚ ਪ੍ਰੋਡਕਟ ਚੱਲਦੇ ਆ, ਗੋਟ ਮਿਲਕ ਯੋਗਰਟਸ ਹੋ ਗਿਆ, ਫੈਟਾ ਚੀਜ਼ ਹੋ ਗਿਆ, ਗੋਟ ਮਿਲਕ ਹੋ ਗਿਆ, ਇਹ ਚੀਜ਼ਾਂ ਬੱਕਰੀ ਦੇ ਉਹਦੀਆਂ ਆਸਟ੍ਰੇਲੀਆ ਵਿੱਚ ਬਹੁਤ ਹਾਈ ਲੈਵਲ 'ਤੇ ਸੇਲ ਕੀਤੀਆਂ ਜਾਂਦੀਆਂ ਉਹ ਮੁਲਕਾਂ ਦੇ ਵਿੱਚ। ਉਹ ਉੱਥੋਂ ਦੇ ਪ੍ਰੋਡਕਟ ਨੂੰ ਕਾਪੀ ਕਰਕੇ ਉਹੀ ਉਹਨਾਂ ਦਾ ਸੇਮ ਫਾਰਮੂਲੇਸ਼ਨ ਚੱਕ ਕੇ ਸਾਰੀ ਉਹਨਾਂ ਦੀ ਇੱਥੇ ਵਧੀਆ ਤਰੀਕੇ ਨਾਲ ਸੇਲ ਕਰ ਰਹੇ ਜੀ। ਉਹ 5 ਸਟਾਰ ਹੋਟਲਾਂ ਵਿੱਚ ਉਹਨਾਂ ਦਾ ਯੋਗਰਟਸ ਜਾਂਦਾ ਟੇਸਟ ਵਾਸਤੇ ਵਧੀਆ ਤਰੀਕੇ ਨਾਲ, 5 ਸਟਾਰ ਹੋਟਲਾਂ 'ਚ ਸੇਲ ਹੁੰਦਾ ਉਹਨਾਂ ਦਾ ਪਨੀਰ, ਬੱਕਰੀ ਦਾ ਦੁੱਧ, ਉਹ ਦੇਸੀ ਘਿਓ 'ਤੇ ਵੀ ਹੁਣ ਕੰਮ ਕਰ ਰਹੇ ਬੱਕਰੀ ਦੇ ਉਹ। ਠੀਕ ਹੈ ਜੀ, ਤੁਸੀਂ ਬਰੀਡ ਤੇ ਕਰ ਰਹੇ ਹੋ ਮੇਨਲੀ ਇਸ ਫਾਰਮ? ਸਾਡਾ ਕੰਮ ਹੈਗਾ ਬਰੀਡ ਦਾ ਜੀ, ਬਰੀਡ ਦਾ ਟ੍ਰੇਡਿੰਗ ਦਾ, ਮੀਟਿੰਗ। ਹਾਂਜੀ ਹਾਂ, ਬਰੀਡ ਸੀ ਨਸਲ ਤਿਆਰ ਕਰਨੀ ਹੈ। ਅਗਰ ਕੋਈ ਫਾਰਮਰ ਤੇ ਹੁੰਦਾ ਗਾ, ਸਾਡੇ ਅੱਗੇ ਗਾਂ ਲਿੰਕ ਵੀ ਹੈਗੇ, ਅਸੀਂ ਉਹਨੂੰ ਬੱਕਰੀ ਪਰਚੇਜ਼ ਕਰਕੇ ਅਸੀਂ ਅੱਗੇ ਵੀ ਦਿੰਦੇ ਹਾਂ, ਦੋਨੋਂ ਕੰਮ ਹੈ ਸਾਡੇ। ਅੱਛਾ, ਕੰਟਰੈਕਟ ਵਗੈਰਾ ਦਾ ਵੀ ਕੋਈ ਕਨਸੈਪਟ ਤੁਹਾਡਾ ਹੁੰਦਾ? ਹਾਂਜੀ, ਕੰਟਰੈਕਟ ਦਾ ਵੀ ਇਹ ਹੁਣ ਜਿਵੇਂ ਸਾਡਾ ਵੀਅਤਨਾਮ ਕੰਪਨੀ ਨਾਲ ਉਹਦੇ ਨਾਲ ਸਾਡਾ ਕੰਟਰੈਕਟ ਹੋਇਆ ਸੀਗਾ। ਮੈਂ ਛੋਟੇ ਕਿਸਾਨ ਭਰਾਵਾਂ ਦੀ ਗੱਲ ਕਰ ਰਿਹਾ, ਛੋਟੇ ਫਾਰਮਰਾਂ ਦੀ। ਨਹੀਂ, ਉਹ ਚੀਜ਼ ਨਹੀਂ, ਦੇਖੋ ਕੰਟਰੈਕਟ ਦਾ ਅਸੀਂ ਨਹੀਂ ਕਹਿ ਸਕਦੇ। ਹਾਂ ਵੀ ਅਸੀਂ ਉੱਥੇ ਫਾਰਮ ਨੂੰ ਇਹ ਗੱਲ ਕਹਿੰਦੇ ਜੀ, ਸਾਡੇ ਕੋਲ ਅੱਗੇ ਡਿਮਾਂਡ ਹੋਊਗੀ ਤਾਂ ਅਸੀਂ ਤੁਹਾਡਾ ਜਿਹੜਾ ਜਾਨਵਰ ਅਸੀਂ ਵਿਕਾ ਸਕਦੇ ਹਾਂ। ਤੁਹਾਡਾ ਨਾਲ ਪ੍ਰੋਮਿਸ ਅਸੀਂ ਲਿਖ ਕੇ ਨਹੀਂ ਦਿੰਦੇ ਹੈਗੇ ਤੁਹਾਨੂੰ ਵੀ ਤੁਸੀਂ ਸਾਡੇ ਥਰੂ ਫਾਰਮ ਕਰੋਗੇ ਤਾਂ ਅਸੀਂ ਉਹਨੂੰ ਵੇਚਾਂਗੇ, ਕਿਉਂਕਿ ਦੇਖੋ ਵੇਚਣ ਦੀ ਕੁਆਲਿਟੀ ਤਾਂ ਆਪਾਂ ਨੂੰ ਆਪਣੇ ਅੰਦਰ ਲੈ ਕੇ ਆਉਣੀ ਪਊ ਜੀ। ਹੁਣ ਆਪਾਂ ਜੌਬ ਕਰਾਂਗੇ ਉੱਥੇ ਪ੍ਰੋਡਕਟ ਸੇਲ ਵਰਕ ਕਰਨ ਵਾਸਤੇ ਆਪਾਂ ਨੂੰ ਦੇਣਗੇ ਉਹ, ਤਾਂ ਉਹ ਕੁਆਲਿਟੀ ਤਾਂ ਆਪਣੀ ਦੇਣੀ ਪੈਣਗੀ, ਉਹ ਤਾਂ ਆਪਣੇ ਅੰਦਰ ਲੈ ਕੇ ਆਉਣੀ ਪਊ ਆਪਾਂ ਨੂੰ। ਹੁਣ ਕੋਈ ਵੀ ਚੀਜ਼ ਆਪਣਾ ਵੇਚਣਾ, ਆਪਾਂ ਫਸਲ ਵੇਚਦੇ ਹਾਂ, ਉੱਥੇ ਆਪਣੀ ਬੋਲੀ ਲੱਗਦੀ ਹੈ ਨਾ। ਇੱਥੇ ਆਪਾਂ ਕੀ ਆਪਦੀ ਫਸਲ ਦਾ ਇੱਥੇ ਮੁੱਲ ਭਾਵ ਖੁਦ ਤੈਅ ਕਰਨਾ ਜੀ ਵੀ ਆਹ ਰੇਟ 'ਤੇ ਵੇਚਣਾ ਮੈਂ, ਹੈ ਨਾ। ਅੱਜ ਨਾ ਤੁਹਾਡਾ ਵਿਕਿਆ, ਇਹ ਤਾਂ ਹੈ ਨਹੀਂ ਗਾ ਵੀ ਉਹ ਸਾਲ ਬਾਅਦ ਜਿਵੇਂ ਪੋਲਟਰੀ ਫਾਰਮ ਦਾ ਕੰਮ ਤਾਂ ਹੈ ਨਹੀਂ ਵੀ ਘਟ ਜੂਗਾ, ਇਹਨੇ ਤਾਂ ਵੱਧ ਕੇ ਹੀ ਵਿਕਣਾ। ਮਾਰਕੀਟਿੰਗ ਦੀ ਕੁਆਲਿਟੀ ਤੁਹਾਨੂੰ ਅੰਦਰ ਫਾਰਮ ਨੂੰ ਆਪਣੇ ਅੰਦਰ ਆਪ ਲੈ ਕੇ ਆਉਣੀ ਪਊਗੀ, ਉਹ ਸਟੈਬਲਿਸ਼ ਕਰਨੀ। ਉਹ ਕਰਨੀ ਕਿਵੇਂ, ਉਹ ਅਸੀਂ ਦੱਸ ਦਿੰਦੇ ਹਾਂ ਤਰੀਕਾ ਬੰਦੇ ਨੂੰ ਸਾਰਾ ਜੀ, ਕਿਉਂਕਿ ਸੋਸ਼ਲ ਮੀਡੀਆ ਤੋਂ ਵੱਡੀ ਅੱਜ ਕੱਲ੍ਹ ਕੋਈ ਤਾਕਤ ਹੀ ਨਹੀਂ। ਅੱਛਾ ਰਾਜੂ ਬਈ, ਮੈਨੂੰ ਕੁਛ ਚੰਦ ਕੁ ਗੱਲਾਂ ਉਹ ਦੱਸ ਦਿਓ ਜਿਹੜਾ ਨਵਾਂ ਫਾਰਮਰ ਭਾਈ ਸ਼ੁਰੂ ਕਰਨਾ ਚਾਹੁੰਦਾ ਹੈ, ਵੀ ਇਹ ਗੱਲਾਂ ਦਾ ਧਿਆਨ ਭਾਈ ਖਾਸ ਤੌਰ ਤੇ ਜਿਹੜਾ ਉਹ ਰੱਖਿਆ ਜਾਵੇ ਜੇਕਰ ਤੁਸੀਂ ਚਾਹੁੰਦੇ ਹੋ ਕਾਮਯਾਬ ਫਾਰਮ ਖੋਲ੍ਹਣਾ, ਕਾਮਯਾਬ ਫਾਰਮਰ ਬਣਨਾ। ਦੇਖੋ ਸਟਾਰਟਿੰਗ ਦੇ ਵਿੱਚ ਤਾਂ ਮਤਲਬ ਬੰਦੇ ਨੂੰ ਇਹ ਹੈ ਕਿ ਇੱਕ ਤਾਂ ਸਿਲੈਕਸ਼ਨ ਜਿਹੜੀ ਹੈ ਵਧੀਆ ਬਰੀਡ ਤੋਂ ਕਰੋ, ਤੇ ਸ਼ੈੱਡ ਵਗੈਰਾ ਤੇ ਜਿਵੇਂ ਸੰਦੀਪ ਨੇ ਦੱਸਿਆ ਪਹਿਲਾਂ ਕਿ ਜ਼ਿਆਦਾ ਪੈਸਾ ਨਾ ਲਾਓ, ਕਿਉਂਕਿ ਸ਼ੈੱਡ ਤਾਂ ਜਦੋਂ ਇਨਕਮ ਦਾ ਆਪਣੇ ਕੋਲੇ ਸੋਰਸ ਆ ਗਿਆ ਤਾਂ ਬਾਅਦ 'ਚ ਵੀ ਬਣ ਜੂਗਾ। ਇੱਕ ਜੋ ਵੀ ਜਾਨਵਰ ਤੁਸੀਂ ਲੈ ਕੇ ਆਉਂਦੇ ਹੋ ਚੰਗੀ ਕਿਸਮ ਦਾ, ਚੰਗੀ ਕੁਆਲਿਟੀ ਦਾ ਲੈ ਕੇ ਆਓ, ਉਹਦੀ ਡਾਈਟ ਪਲਾਨ ਆ ਜਿਹੜਾ ਵਧੀਆ ਰੱਖੋ, ਖੁਰਾਕ ਉਹਦੀ ਵਧੀਆ ਰੱਖੋ, ਉਹਦੀ ਪ੍ਰੋਪਰ ਵੈਕਸੀਨੇਸ਼ਨ ਕਰਦੇ ਰਹੋ, ਉਹਦੇ ਵਿੱਚ ਜਿਵੇਂ ਡਿਵਰਮਿੰਗ ਹੈ, ਪੇਟ ਦੇ ਕੀੜਿਆਂ ਵਾਲੀਆਂ ਦਵਾਈਆਂ, ਠੀਕ ਆ, ਉਹ ਵੀ ਟਾਈਮ ਟੂ ਟਾਈਮ ਦਿੰਦੇ ਰਹੋ। ਤੇ ਆਪਣੇ ਫਾਰਮ ਦੀ ਕੀ ਆ ਡੇਲੀ ਸਾਫ ਸਫਾਈ ਰੱਖੋ। ਕਈ ਵਾਰ ਫਾਰਮਰ ਕੁਛ ਇਹੋ ਜਿਹੇ ਹੁੰਦੇ ਹੈਗੇ
ਫਾਰਮ ਖੋਲ੍ਹ ਲੈਂਦੇ ਆ ਤੇ ਸਾਫ਼ ਸਫਾਈ ਕਰਦੇ ਨਹੀਂਗੇ ਤਾਂ ਉੱਥੇ ਬਿਮਾਰੀਆਂ ਜ਼ਿਆਦਾ ਅਟੈਕ ਕਰਦੀਆਂ ਤੇ ਪ੍ਰੋਪਰ ਆਪਣਾ ਸਾਫ਼ ਸੁਥਰਾ ਨੀਟ ਐਂਡ ਕਲੀਨ ਇਹਦਾ ਮੈਨੇਜਮੈਂਟ ਹੋਣੀ ਚਾਹੀਦੀ ਹੈ ਫਾਰਮ ਦੀ। ਤੇ ਜੇ ਬੰਦਾ ਕੋਈ ਨਵਾਂ ਫਾਰਮਰ ਇਹ ਗੱਲਾਂ ਤੇ ਧਿਆਨ ਦੇ ਲੈਂਦਾ ਤਾਂ ਉਹ 100% ਸਕਸੈਸ ਹੋ ਜਾਂਦਾ। ਕਿੰਨਾ ਟਾਈਮ ਕਰਨੀ ਪਊ ਉਡੀਕ? ਦੇਖੋ ਮਤਲਬ ਕੋਈ ਵੀ ਕੰਮ ਹੈ, ਕੋਈ ਬਿਜ਼ਨਸ ਹੈਗਾ, ਉਹਦੇ ਲਈ ਟਾਈਮ ਤਾਂ ਦੇਣਾ ਪਊਗਾ ਆਪਾਂ ਨੂੰ। ਕਿਸੇ ਨੂੰ 1.5 ਸਾਲ 2 ਸਾਲ ਠੀਕ ਹੈ ਲੱਗਦੇ ਹੈਗੇ ਕੰਮ ਦੇ ਵਿੱਚ। ਸਾਨੂੰ ਵੀ ਦੇਖੋ ਸਟਾਰਟਿੰਗ ਅਸੀਂ 2017 ਦੇ ਵਿੱਚ ਕੀਤੀ ਤਾਂ ਸਾਨੂੰ ਹੌਲੀ ਹੌਲੀ ਕੀ ਹੈ ਸਕਸੈਸ ਹੋਣ ਤੇ ਲੱਗ ਗਏ ਸੀ 3 ਸਾਲ ਆਪਣੇ ਪੈਰ ਜਮਾਉਣ ਤੇ। ਤਾਂ ਹੁਣ ਵਧੀਆ ਮਾਰਕੀਟਿੰਗ ਚੱਲ ਰਹੀ ਹੈ 3 ਸਾਲਾਂ ਬਾਅਦ। ਤਾਂ ਆਪਣੇ ਮਤਲਬ ਪੰਜਾਬੀ ਕੀ ਹੈ ਇਹ ਸਮਝਦੇ ਆ ਕਿ ਅੱਜ ਪੈਸਾ ਲਾਇਆ ਤੇ ਆਪਾਂ ਨੂੰ 6 ਮਹੀਨਿਆਂ ਨੂੰ ਆਪਣੀ ਇਨਕਮ ਦੁੱਗਣੀ ਹੋ ਜੇ, ਪਰ ਇਦਾਂ ਦਾ ਇਹ ਕੰਮ ਨਹੀਂ ਆ। ਜੇ ਆਪਾਂ ਇਹਦੇ ਵਿੱਚ ਮਿਹਨਤ ਕਰਦੇ ਆ, ਲਗਨ ਨਾਲ ਕੰਮ ਕਰਦੇ ਆ ਤਾਂ ਜ਼ਰੂਰ ਬੰਦਾ ਕਾਮਯਾਬ ਹੁੰਦਾ। ਟਾਈਮ ਲੱਗਦਾ, 1.5 ਸਾਲ ਵੀ ਲੱਗ ਸਕਦਾ, 2 ਸਾਲ ਵੀ ਲੱਗ ਸਕਦਾ। ਅੱਛਾ, ਇੱਕ ਚੀਜ਼ ਹੁਣ ਮੈਨੂੰ ਸੰਦੀਪ ਬਾਈ ਹੋਰ ਦੱਸਿਓ ਵੀ ਕੋਈ ਚੈਂਪੀਅਨ ਜੂਪੀਅਨ ਨਾਲ ਕੰਮ ਵੀ ਇਹਦੇ ਵਿੱਚ ਹੁੰਦਾ ਕਿ ਕਹਿੰਦੇ ਸਾਡੇ ਕੋਲੇ ਚੈਂਪੀਅਨ ਬੱਕਰੀਆਂ ਨੇ, ਸਾਡੇ ਕੋਲੇ ਚੈਂਪੀਅਨ ਭਾਈ ਬੱਕਰੇ ਹੈਗੇ ਆ, ਇਹ ਚੀਜ਼? ਉਹ ਚੈਂਪੀਅਨ ਦਾ ਸਿਸਟਮ ਇਹ ਹੁੰਦਾ ਜੀ, ਦੇਖੋ ਇੱਕ ਤਾਂ ਸਰਕਾਰੀ ਮੇਲੇ ਕਰਵਾਏ ਜਾਂਦੇ ਹਨ। ਇੱਕ ਹੁਣ ਕੀ ਆਪਣੇ ਪੰਜਾਬ 'ਚ ਕੀ ਟ੍ਰੈਂਡ ਚੱਲ ਰਿਹਾ ਕਿ ਮੰਡੀਆਂ ਬੱਕਰੀਆਂ ਦੇ ਲੱਗਣ ਲੱਗ ਗਈਆਂ ਬਹੁਤ ਸਾਰੀਆਂ। ਘੱਟੋ ਘੱਟ ਮੈਂ ਕਹਿੰਦਾ 50-60 ਮੰਡੀਆਂ ਲੱਗਦੀਆਂ ਹੋਣਗੀਆਂ ਹਫ਼ਤੇ 'ਚ ਬੱਕਰੀਆਂ ਦੀਆਂ। ਹਰ ਬੰਦਾ ਕੋਈ ਮੰਡੀ ਨੂੰ ਭੱਜ ਰਿਹਾ ਅੱਜ, ਹੈ ਨਾ। ਉੱਥੇ ਕੀ ਆ, ਉਹ ਮੰਡੀ ਨੂੰ ਚਲਾਉਣ ਦੇ ਚੱਕਰ ਦੇ ਛੋਟੇ ਜਿਹੇ ਨਾਮ ਰੱਖ ਦਿੰਦੇ ਆ ਕਿ ਫਾਰਮ ਨੂੰ ਅਸੀਂ ਇੰਪ੍ਰੈਸ ਕਰੀਏ ਕਿ ਲੋਕ ਸਾਡੇ ਕੰਪੀਟੀਸ਼ਨ 'ਚ ਵੱਧ ਤੋਂ ਵੱਧ ਬੱਕਰੀਆਂ ਲੈ ਕੇ ਆਉਣ, ਠੀਕ ਹੈ ਜੀ। ਉਸ ਨੂੰ ਆਪਾਂ ਕੰਪੀਟੀਸ਼ਨ ਨਹੀਂ ਕਹਿ ਸਕਦੇ। ਉਹ ਇੱਕ ਚਲੋ ਹਾਂ ਵਧੀਆ ਗੱਲ ਹੈ ਵੀ ਆਪਾਂ ਕਹਿੰਦੇ ਉਹ ਫਾਰਮ ਨੂੰ ਇੱਕ ਹੱਲਾਸ਼ੇਰੀ ਮਿਲਦੀ ਹੈ ਵੀ ਚਲੋ ਫਾਰਮ ਰੀਸੋ ਰੀਸ ਦਾ ਜਾਨਵਰ ਵੱਧ ਤੋਂ ਵੱਧ ਸੋਹਣੇ ਤਰੀਕੇ ਨਾਲ ਤਿਆਰ ਕਰਦਾ, ਠੀਕ ਹੈ, ਉਹ ਨਾਮ ਰੱਖੇ ਜਾਂਦੇ ਆ। ਪਰ ਉਹ ਆਪਾਂ ਨੂੰ ਕਹਿ ਦਈਏ ਵੀ ਆਪਾਂ ਜੀ ਉਹ ਉੱਥੋਂ ਬੱਕਰਾ ਸਿਲੈਕਟ ਹੋ ਗਿਆ ਤੁਹਾਡਾ ਵੀ ਉਹ ਚੈਂਪੀਅਨ ਹੈ, ਉਹ ਚੀਜ਼ ਉਹ ਪੋਸੀਬਲ ਨਹੀਂ ਹੈਗਾ, ਉਹ ਗਲਤ ਹੈ। ਉਹ ਜੇ ਤੁਹਾਨੂੰ ਸਰਕਾਰੀ ਕਿਤੇ ਆਪਾਂ ਨੂੰ ਮਾਨਤਾ ਮਿਲੂਗੀ ਉਹ ਚੀਜ਼ ਨੂੰ ਆਪਾਂ ਮੇਲੇ ਦੇ ਵਿੱਚ ਪਾਵਾਂਗੇ, ਜਿਹੜੇ ਆਪਣੇ ਜਿਵੇਂ ਆਪਣੇ ਮੇਲੇ ਵੱਡੇ ਮੇਲੇ ਕਰਵਾਏ ਆ ਸਰਕਾਰ ਦੁਆਰਾ, ਹੈ ਨਾ, ਤਾਂ ਉੱਥੇ ਆਪਾਂ ਬੱਕਰਾ ਅਗਰ ਆਪਣਾ ਪਾਸ ਆਊਟ ਹੁੰਦਾ ਗਾ ਤਾਂ ਉੱਥੇ ਆਪਾਂ ਨੂੰ ਮੰਨ ਸਕਦੇ ਕਿ ਹਾਂ ਚੈਂਪੀਅਨ ਹੈ ਇਹ। ਉਹ ਹੁਣ ਪ੍ਰਾਈਵੇਟ ਸਰਟੀਫਿਕੇਟ ਹੈ ਖੁਦ ਆਪਦੇ ਕੋਲੋਂ ਦੇ ਰਹੇ, ਹੈ ਨਾ। ਚਲੋ ਉਹ ਚੀਜ਼ ਨੂੰ ਆਪਾਂ ਚੈਂਪੀਅਨਸ਼ਿਪ ਨਹੀਂ ਕਹਿ ਸਕਦੇ। ਉਹ ਇੱਕ ਨੋਰਮਲ ਚਲੋ ਫਾਰਮ ਨੂੰ ਇੱਕ ਇੰਪ੍ਰੈਸ ਕਰਨ ਵਾਸਤੇ ਔਰ ਉਹਨੂੰ ਐਪਰੀਸ਼ੀਏਟ ਕਰਨ ਵਾਸਤੇ ਵੀ ਹੈ ਵੀ ਹਾਂ ਵੀ ਫਾਰਮਰ ਨੂੰ ਹਾਂ ਵਧੀਆ ਤੋਂ ਵਧੀਆ ਸ਼ੌਂਕ ਦੇ ਜਾਨਵਰ ਤਿਆਰ ਕਰਨ ਜਾਨਵਰ ਅੱਗੇ ਫਾਰਮਰ, ਹੈ ਨਾ। ਤਾਂ ਉਹ ਚੀਜ਼ ਦਾ ਮੇਨ ਮੁੱਦਾ ਉਹ ਹੈ ਜੀ ਉਹਦੇ ਵਿੱਚ। ਅੱਛਾ, ਜਿਹੜਾ ਕੋਈ ਹੁਣ ਕਿਸਾਨ ਭਰਾ ਜਿਹੜਾ ਆਉਣਾ ਚਾਹੁੰਦਾ ਹੈ, ਕੋਈ ਫਾਰਮਰ ਆਉਣਾ ਚਾਹੁੰਦਾ ਹੈ ਛੋਟਾ, ਹੈ ਨਾ, ਤੁਹਾਡੇ ਕੋਲ ਕੁਝ ਸਿੱਖਣਾ ਚਾਹੁੰਦਾ ਹੈ, ਕੁਝ ਭਾਈ ਦੇਖਣਾ ਚਾਹੁੰਦਾ, ਉਹ ਉਹਦੇ ਲਈ ਕੀ ਹੈ? ਉਹਦੇ ਲਈ ਐਂ ਦੇਖੋ, ਫਾਰਮ ਵਿੱਚ ਸਾਡਾ ਮੇਨਲੀ ਤਾਂ ਸੰਡੇ ਹੁੰਦਾ ਜੀ। ਅੱਛਾ, ਜਿਹੜੇ ਕੀ ਆ ਲੋਕ ਆਉਂਦੇ ਆ ਫਾਰਮ ਸਾਡੇ ਕੋਲ, ਘੰਟਾ ਬੈਠੋ 2 ਘੰਟੇ ਬੈਠੋ, ਸਾਡੇ ਵਿਊਜ਼ ਲੈਣੇ, ਕਿਸੇ ਨੇ ਸਾਥੋਂ ਕੋਈ ਜਾਣਕਾਰੀ ਲੈਣੀ, ਕੁਝ ਵੀ ਲੈਣਾ, ਹੈ ਨਾ। ਬਾਕੀ ਸਾਡੇ ਕੰਟੈਕਟ ਨੰਬਰ ਤੁਸੀਂ ਸ਼ੋਅ ਕਰ ਦਿਓ ਇੱਥੇ, ਕੋਈ ਗੱਲ ਨਹੀਂ, ਠੀਕ ਹੈ। ਤਾਂ ਉਹ ਅਸੀਂ ਸਾਡੇ ਨਾਲ ਕੰਟੈਕਟ ਕਰਕੇ ਤੁਸੀਂ ਇੱਥੇ ਸਾਡਾ ਫਾਰਮ ਵਿਜ਼ਿਟ। ਹਾਂਜੀ, ਐਡਰੈਸ ਹੈਗਾ ਜੀ ਆਪਣਾ ਗੂਗਲ ਮੈਪ 'ਤੇ ਲੋਕੇਸ਼ਨ ਸਰਚ ਕਰੋਗੇ ਤਾਂ SR ਕਮਰਸ਼ੀਅਲ ਗੋਡ ਫਾਰਮ ਗੂਗਲ ਮੈਪ 'ਤੇ ਸਰਚ ਕਰ ਲਿਓ, ਤੁਸੀਂ ਲੋਕੇਸ਼ਨ ਮਿਲ ਜੂਗੀ। ਉਹ ਵੈਸੇ ਆਪਣਾ ਹੈਗਾ ਇਹ ਪਿੰਡ ਤਾਰੂਆਣਾ ਗਾ, ਮੰਡੀ ਕਾਲਿਆਂ ਵਾਲੀ ਪੈਂਦੀ ਆਪਾਂ ਨੂੰ ਸਿਰਸੇ ਜ਼ਿਲ੍ਹੇ ਦੇ ਵਿੱਚ, ਹਰਿਆਣੇ ਦੇ ਵਿੱਚ। ਅਗਰ ਆਪਾਂ ਇਹ ਪੰਜਾਬ ਹਰਿਆਣੇ ਦਾ ਬਾਰਡਰ ਆ ਗਿਆ ਬਿਲਕੁਲ ਜੇ ਪਿੰਡ, ਠੀਕ ਹੈ। ਉਧਰੋਂ ਅੱਗੇ ਆਪਣਾ ਤਲਵੰਡੀ ਸਾਬੋ ਏਰੀਆ ਸ਼ੁਰੂ ਹੋ ਜਾਂਦਾ, ਇਧਰੋਂ ਬਠਿੰਡਾ ਆ ਗਿਆ ਆਪਣੇ ਨਾਲ ਲੱਗ ਜਾਂਦਾ ਆ ਕੇ। ਤਾਂ ਇਹ ਰਿਫਾਈਨਰੀ ਕੋਲੇ ਵੀ ਆਪਾਂ ਕਹਿ ਸਕਦੇ ਇਹਨੂੰ, ਰਾਮਾ ਰਿਫਾਈਨਰੀ ਦੇ ਕੋਲ। ਬਾਈ ਜੀ ਸੁਨੇਹਾ ਤੁਹਾਡੇ ਤੋਂ ਲੈਣਾ ਚਾਹੂੰਗਾ। ਦੇਖੋ ਜੀ, ਸੁਨੇਹਾ ਤਾਂ ਇਹੀ ਹੈ ਕਿ ਜੋ ਵੀ ਕੰਮ ਮਤਲਬ ਬੰਦਾ ਕਰਦਾ ਠੀਕ ਆ, ਉਹਨੂੰ ਵਧੀਆ ਚੰਗੇ ਢੰਗ ਨਾਲ ਕਰੋ। ਇਹ ਨਾ ਕਿ ਦਿਖਾਵਾ ਨਾ ਕਰੋ ਇਹਦੇ ਵਿੱਚ। ਕੁਝ ਲੋਕ ਕੀ ਕਰਦੇ ਹੈਗੇ, ਇਸ ਨੂੰ ਗਲਤ ਵੀ ਯੂਜ਼ ਕਰਦੇ ਹੈਗੇ, ਲੋਕਾਂ ਨੂੰ ਗੁੰਮਰਾਹ ਕਰਦੇ ਹੈਗੇ। ਉਹ ਚੀਜ਼ ਤੋਂ ਬਚੋ, ਦਿਖਾਵੇ ਤੋਂ। ਜੇ ਬਾਕੀ ਆਪਾਂ ਇਹਦੇ ਵਿੱਚ ਪੈਸਾ ਲਵਾ ਰਹੇ ਹਾਂ, ਘਰਦਿਆਂ ਦਾ ਪੈਸਾ ਲਵਾ ਰਹੇ ਹਾਂ, ਤਾਂ ਉਸ ਨੂੰ ਸਹੀ ਤਰੀਕੇ ਨਾਲ ਯੂਟੀਲਾਈਜ਼ ਕਰੋ। ਤੇ ਜੇ ਨਵਾਂ ਕੋਈ ਯੂਥ ਇਸ ਕੰਮ ਦੇ ਵਿੱਚ ਆ ਰਿਹਾ ਹੈਗਾ, ਠੀਕ ਹੈ, ਬਾਹਰ ਵੀ ਜਾ ਰਹੇ ਆ ਲੋਕ, ਨਸ਼ਿਆਂ ਦੇ ਵਿੱਚ ਵੀ ਪੈ ਰਹੇ ਆ, ਇੰਨਾ ਅਨਪਲੋਇਮੈਂਟ ਹੈਗੀ, ਠੀਕ ਹੈ, ਤਾਂ ਉਹ ਲੋਕਾਂ ਲਈ ਜਿਹੜੇ ਕਿ ਮਿਹਨਤ ਕਰ ਸਕਦੇ ਹੈਗੇ, ਥੋੜ੍ਹੀ ਪੂੰਜੀ ਲਾ ਕੇ ਇਹ ਕੰਮ ਕਰ ਸਕਦੇ ਆ, ਤਾਂ ਉਹਨਾਂ ਲਈ ਬਹੁਤ ਵਧੀਆ ਇੱਕ ਪਲੇਟਫਾਰਮ ਹੈ ਤੇ ਉਹ ਆ ਕੇ ਇਸ ਕੰਮ ਦੇ ਵਿੱਚ ਵਧੀਆ ਸਕਸੈਸ ਹਾਸਿਲ ਕਰ ਸਕਦੇ ਆ। ਜੀ ਜੀ ਬਾਈ, ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਤੁਹਾਡਾ ਵੀ ਹੋਇਆ ਬਾਈ ਟੈਲੀਵਿਜ਼ਨ ਬਹੁਤ ਥੈਂਕ ਯੂ ਜੀ। ਸੋ ਬਾਈ ਹੁਰੇ ਸਾਡੇ ਨਾਲ ਸੀ। ਸਾਡਾ ਮੇਨ ਮੁੱਖ ਮਕਸਦ ਤਾਂ ਇਹੀ ਸੀ ਕਿ ਭਾਈ ਇਹਨਾਂ ਕੰਮਾਂ ਦੇ ਵਿੱਚ, ਫਾਰਮਾਂ ਦੇ ਵਿੱਚ, ਸਹਾਇਕ ਧੰਦਿਆਂ ਦੇ ਵਿੱਚ ਕਾਫੀ ਠੱਗੀਆਂ ਠੋਰੀਆਂ ਚੱਲਦੀਆਂ ਨੇ, ਤਾਂ ਜੋ ਚੰਗੇ ਜਿਹੜੇ ਕੁਝ ਫਾਰਮਰ ਆ ਉਹਨਾਂ ਨੂੰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਕੀਤਾ ਜਾਵੇ, ਤੁਹਾਡੇ ਰੂਬਰੂ ਕੀਤਾ ਜਾਵੇ, ਤਾਂ ਜੋ ਜਿੰਨੀ ਕੁ ਜਾਣਕਾਰੀ ਅਸੀਂ ਇਕੱਤਰ ਕਰ ਸਕਦੇ ਹਾਂ ਸਾਡੇ ਸਰੋਤਿਆਂ ਦੇ ਲਈ, ਉਹ ਇਕੱਤਰ ਕਰਕੇ ਜਿਹੜੀ ਆ ਉਨੀ ਕੁ ਦਈਏ। ਕਈ ਵਾਰੀ ਬਹੁਤੇ ਛੋਟੇ ਫਾਰਮਰ ਹੁੰਦੇ ਜਿਹੜੇ ਭਾਈ ਬਾਹਰ ਜੋਗੇ ਵੀ ਨਹੀਂ ਹੁੰਦੇ, ਜਾਣ ਜੋਗੇ ਵੀ ਨਹੀਂ, ਤਾਂ ਇੱਧਰ ਰਹਿ ਕੇ ਕੁਛ ਨਾ ਕੁਛ ਪੰਜਾਬ ਦੇ ਵਿੱਚ ਰਹਿ ਕੇ ਕੁਛ ਨਾ ਕੁਛ ਪੰਜਾਬ ਦੇ ਲਈ, ਆਪਣਿਆਂ ਦੇ ਲਈ ਕੀਤਾ ਜਾ ਸਕਦਾ। ਬਾਈ ਹੋਰਾਂ ਦਾ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ, ਬਾਈ ਹੋਰਾਂ ਦੇ ਨਾਲ ਰਾਬਤਾ ਕਰ ਸਕਦੇ ਹੋ। ਜਿੱਦਾਂ ਬਾਈ ਹੋਰਾਂ ਨੇ ਕਿਹਾ ਕਿ ਭਾਈ ਐਤਵਾਰ ਦਾ ਦਿਨ ਆ ਕੇ ਤੁਸੀਂ ਵਿਜ਼ਿਟ ਕਰੋ, ਗੱਲਬਾਤ ਕਰੋ, ਜਿਸ ਤਰ੍ਹਾਂ ਦੀ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਉਹ ਲੈ ਸਕਦੇ ਹੋ। ਬਾਈ ਹੋਰਾਂ ਦੀਆਂ ਉਸ ਤੋਂ ਬਾਅਦ ਟ੍ਰੇਨਿੰਗ ਵੀ ਦਿੰਦੇ ਆ, ਜਿਸ ਦਿਨ ਜੋ ਇਹਨਾਂ ਦੇ ਨਾਲ ਰਾਬਤਾ ਕਰਕੇ ਬਾਈ ਹੋਰਾਂ ਦੇ ਨਾਲ ਤੁਸੀਂ ਕਰ ਸਕਦੇ ਹੋ। 3 ਦਿਨਾਂ ਦੀ ਜਿਹੜੀ ਟ੍ਰੇਨਿੰਗ ਆ, ਸੋ ਉਸ ਦੇ ਵਿੱਚ ਵੀ ਤੁਸੀਂ ਅਪਲਾਈ ਕਰਕੇ, ਤਾਂ ਜੋ ਕੰਮ ਜੇ ਕਰਨਾ ਤਾਂ ਵਾਕਈ ਦੇ ਵਿੱਚ ਸਿੱਖ ਕੇ ਕਰੋ। ਜਿਵੇਂ ਬਾਈ ਹੋਰਾਂ ਨੇ ਕਿਹਾ ਕਿ ਫੇਲ ਹੋਣ ਦੇ ਮੁੱਖ ਕਾਰਨ ਜਿਹੜੇ ਉਹ ਇਹੀ ਰਹਿੰਦੇ ਆ ਕਿ ਭਾਈ ਅਸੀਂ YouTube ਤੋਂ ਦੇਖ ਕੇ, YouTube
ਤੇ ਵੱਡੇ ਵੱਡੇ ਵਿਦਵਾਨਾਂ ਤੋਂ ਦੇਖ ਕੇ ਜਿਹੜੇ ਥੰਬਨੇਲ ਦੇ ਵਿੱਚ ਵੱਡਾ ਵੱਡਾ ਕੁਝ ਲਿਖ ਦਿੰਦੇ ਆ। ਫਾਰਮ ਇੱਕ ਵਾਰ ਸ਼ੁਰੂ ਕਰ ਲੈਂਦੇ ਆ, ਪਰ ਜਦੋਂ ਉਸ ਤੋਂ ਬਾਅਦ ਘਾਟਾ ਪੈਂਦਾ ਆ ਤਾਂ ਫਿਰ ਅਸੀਂ ਇਸ ਕਿੱਤੇ ਨੂੰ ਹੀ ਮਾੜਾ ਕਹਿੰਦੇ ਕਿ ਭਈ ਕਿੱਤਾ ਹੀ ਮਾੜਾ, ਅਸੀਂ ਕੀਤਾ ਸੀ, ਅਸੀਂ ਤਾਂ ਸਕਸੈਸ ਨਹੀਂ ਹੋਏ। ਤਾਂ ਉਸ ਤੋਂ ਚੰਗਾ ਕਿ ਭਈ ਤੁਸੀਂ ਟ੍ਰੇਨਿੰਗ ਲੈ ਕੇ ਜਿਹੜਾ ਹੈਗਾ ਉਸ ਤੋਂ ਬਾਅਦ ਜ਼ਰੂਰ ਇਹ ਸ਼ੁਰੂ ਕਰਨਾ, ਜੋ ਵੀ ਚਾਹੁੰਦਾ ਹੈ ਉਹ ਸ਼ੁਰੂ ਕਰੇ। ਮੁਲਾਕਾਤਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ, ਦੇਖਤੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।